ਅੱਛਾ, ਆਪਾਂ ਨੂੰ ਸਕੂਲ ਜਾਣਾ ਬੰਦ ਕਰ ਦੇਣਾ ਚਾਹੀਦਾ ਕਿ ਪੜ੍ਹਨਾ ਸ਼ੁਰੂ ਕਰ ਦੇਣਾ ਚਾਹੀਦਾ? ਆਪਾਂ ਨੂੰ ਐਂ ਲੱਗੇ ਵੀ ਘਰ ਦੇ ਸਾਡੇ ਸਕੂਲ ਜਾਣ ਤੇ ਸਵਾਲ ਕਰਦੇ ਤੇ ਆਪਾਂ ਸਕੂਲ ਜਾਣਾ ਹੀ ਬੰਦ ਕਰ ਦਈਏ। ਇਹ ਤਾਂ ਠੀਕ ਨਹੀਂ ਨਾ ਗੱਲ। ਉਹ ਤੁਹਾਨੂੰ ਸਕੂਲ ਜਾਣ ਤੋਂ ਨਹੀਂ ਕੁਛ ਕਹਿ ਰਿਹਾ, ਉਹ ਇਹ ਕਹਿ ਰਿਹਾ ਵੀ ਜੇ ਤੁਸੀਂ ਸਕੂਲ ਜਾਂਦੇ ਹੋ ਤਾਂ ਫਿਰ ਤੁਸੀਂ ਪੜ੍ਹਦੇ ਕਿਉਂ ਨਹੀਂ ਆ। ਹੁਣ ਮੈਂ ਤੁਹਾਨੂੰ ਕੀ ਕਹਿ ਰਿਹਾ ਵੀ ਤੁਸੀਂ ਮੱਥਾ ਤਾਂ ਟੇਕਦੇ ਹੋ ਪਰ ਗੁਰੂ ਦੇ ਦੱਸੇ ਮਾਰਗ ਤੇ। ਅੱਛਾ, ਹੁਣ ਕੀ ਕਰਨਾ ਚਾਹੀਦਾ ਫਿਰ ਸਾਨੂੰ? ਮੱਥਾ ਟੇਕਣ ਦੇ ਨਾਲ ਨਾਲ ਸਾਨੂੰ, ਹਾਂ ਹੁਣ ਇਹ ਨਹੀਂ ਵੀ ਲੈ ਅੱਛਾ ਇਹ ਵੀਰ ਜੀ ਕਹਿੰਦੇ ਲੈ ਮੱਥਾ ਟੇਕਦੇ ਹੋ ਤੁਸੀਂ, ਮੱਥਾ ਟੇਕਣ ਦਾ ਕੀ ਫਾਇਦਾ, ਤੁਸੀਂ ਤੇ ਮਾਰਗ ਤੇ ਨਹੀਂ ਚੱਲਦੇ ਤੇ ਆਪਾਂ ਮੱਥਾ ਟੇਕਣਾ ਹੀ। ਜਾਂ ਕਈਆਂ ਨੂੰ ਇੰਜ ਲੱਗੇ ਵੀ ਇਹ ਵੀਰ ਜੀ ਸ਼ਾਇਦ ਇਹ ਸੋਚਦੇ ਆ ਵੀ ਸਾਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਹੋ ਸਕਦਾ ਨਾ ਇਦਾਂ ਦਿਮਾਗ 'ਚ ਆ ਜਾਏ, ਕਈ ਵਾਰ ਗੱਲ ਆ ਜਾਂਦੀ ਸਾਡੇ। ਪਰ ਮੈਂ ਇਹ ਕਹਿ ਰਿਹਾ ਵੀ ਸਾਨੂੰ ਮੱਥਾ ਟੇਕਣ ਦੇ ਨਾਲ ਨਾਲ ਗੁਰੂ ਦੀ ਦੱਸੀ ਗੱਲ ਸੁਣ ਕੇ ਤੇ ਉਹਦੇ ਮਾਰਗ ਤੇ ਵੀ ਚੱਲਣਾ ਚਾਹੀਦਾ। ਹੁਣ ਇੰਨੀ ਕੁ ਤੇ ਗੱਲ ਆਪਾਂ ਨੂੰ ਆ ਗਈ ਸਾਰਿਆਂ ਨੂੰ ਸਮਝ। ਗੁਰੂ ਦਾ ਮਾਰਗ ਕਿਵੇਂ ਸਮਝ ਲੱਗੂਗਾ? ਕੋਈ ਦੱਸ ਸਕਦਾ ਤੁਹਾਡੇ 'ਚ? ਗੁਰੂ ਦਾ ਮਾਰਗ, ਗੁਰੂ ਦਾ ਦੱਸਿਆ, ਗੁਰੂ ਦਾ ਹੁਕਮ, ਗੁਰੂ ਦੀਆਂ ਗੱਲਾਂ, ਗੁਰੂ ਦਾ ਉਪਦੇਸ਼ ਸਾਨੂੰ ਕਿਵੇਂ ਸਮਝ ਲੱਗੂਗਾ? ਵੈਰੀ ਗੁੱਡ, ਗੁਰਬਾਣੀ ਪੜ੍ਹ ਕੇ ਤੇ ਨਾਲ ਇੱਕ ਸ਼ਬਦ ਤੁਸੀਂ ਵਰਤ ਰਹੇ ਹੋ ਸਮਝ ਕੇ। ਹੁਣ ਧਿਆਨ ਨਾਲ ਸੁਣੀ ਚੱਲਿਓ। ਪਹਿਲੀ ਗੱਲ ਤਾਂ ਸਾਡਾ ਸਮਾਜ ਦਾ ਬਹੁਤਾ ਹਿੱਸਾ ਗੁਰਦੁਆਰੇ ਆ ਕੇ ਮੱਥਾ ਟੇਕ ਰਿਹਾ ਪਰ ਬਾਣੀ ਨਹੀਂ ਪੜ੍ਹ ਰਿਹਾ। ਅੱਛਾ, ਜਿਹੜੇ ਪੜ੍ਹ ਰਹੇ ਆ ਉਹ ਬਾਣੀ, ਕਿਉਂਕਿ ਤੁਸੀਂ ਕਿਹਾ ਵੀ ਪੜ੍ਹਨ ਤੋਂ ਬਾਅਦ ਬਾਣੀ, ਪੜ੍ਹ ਕੇ ਚੀਜ਼ਾਂ ਸਮਝ ਨਹੀਂ ਆਉਂਦੀਆਂ। ਕਈ ਵਾਰ ਤੁਸੀਂ ਸਕੂਲ ਜਾਂਦੇ ਹੋ ਨਾ, ਤੁਹਾਡੇ ਕੋਲ ਕਿਤਾਬ ਘਰ ਹੁੰਦੀ ਹੈ ਤੇ ਕਿਤਾਬ ਵਿਚਲਾ ਲੈਸਨ ਤੁਸੀਂ ਆਪਣੇ ਘਰ ਪੜ੍ਹ ਲੈਨੇ ਆ, ਪਰ ਪੜ੍ਹ ਕੇ ਲੈਸਨ ਸਮਝ ਨਹੀਂ ਆਉਂਦਾ। ਫਿਰ ਉਹਨੂੰ ਸਮਝਣ ਵਾਸਤੇ ਜ਼ੋਰ ਦੇਣਾ ਪੈਂਦਾ, ਜਾਂ ਤਾਂ ਉਹਨੂੰ ਦੂਜੀ ਵਾਰ ਪੜ੍ਹੋ, ਤੀਜੀ ਵਾਰ ਪੜ੍ਹੋ, ਉਹਦਾ ਫਾਰਮੂਲਾ ਸਮਝੋ ਵੀ ਇਹ ਸਮਝ ਕਿਵੇਂ ਆਊਗਾ। ਜੇ ਉਹ ਸਮਝ ਨਹੀਂ ਆਉਂਦਾ ਤਾਂ ਫਿਰ ਅਸੀਂ ਟੀਚਰ ਦਾ ਸਹਾਰਾ ਲੈਂਦੇ ਹਾਂ। ਇਸ ਕਰਕੇ ਅਸੀਂ ਸਕੂਲ ਜਾਂਦੇ ਹਾਂ ਤੇ ਉਹੀ ਲੈਸਨ, ਉਹੀ ਟੌਪਿਕ ਸਾਨੂੰ ਟੀਚਰ ਪੜ੍ਹ ਕੇ ਉੱਥੇ ਬੋਰਡ ਤੇ ਜਾਂ ਸਾਨੂੰ ਐਗਜ਼ਾਮਪਲਸ ਦੇ ਕੇ ਫਿਰ ਸਮਝਾ ਦਿੰਦਾ ਆ। ਉਹਦੇ ਤੋਂ ਬਾਅਦ ਸਾਨੂੰ ਉਹ ਲੈਸਨ ਦੁਬਾਰਾ ਸਮਝ ਆ ਜਾਂਦਾ। ਹੁਣ ਤੁਸੀਂ ਦੂਜੇ ਦਿਨ ਉਹ ਲੈਸਨ ਪੜ੍ਹੋ, ਹੁਣ ਵੀ ਸਮਝ ਨਹੀਂ ਆਊਗਾ? ਆਊਗਾ, ਕਿਉਂਕਿ ਹੁਣ ਉਹ ਲੈਸਨ ਸਮਝ ਵਿੱਚ ਆ ਗਿਆ ਆ। ਹੁਣ ਇਹ ਤੁਸੀਂ ਕਿਹਾ ਵੀ ਅਸੀਂ ਗੁਰਦੁਆਰੇ ਜਾਈਏ, ਮੱਥਾ ਟੇਕੀਏ, ਬਾਣੀ ਪੜ੍ਹੀਏ ਤੇ ਨਾਲੇ ਬਾਣੀ ਨੂੰ ਸਮਝੀਏ। ਅਸੀਂ ਕੀ ਕਰਦੇ ਹਾਂ? ਅਸੀਂ ਪਹਿਲੀ ਗੱਲ ਤੇ ਗੁਰਦੁਆਰੇ ਜਾਂਦੇ ਹੀ ਨਹੀਂ। ਬਹੁਤੇ ਲੋਕ ਤਾਂ ਗੁਰਦੁਆਰੇ ਜਾਂਦੇ ਹੀ ਨਹੀਂ। ਜਿਹੜੇ ਜਾਂਦੇ ਆ ਉਹ ਸਿਰਫ ਜਾਂਦੇ ਆ ਤੇ ਮੱਥਾ ਟੇਕਦੇ ਆ, ਬਾਣੀ ਪੜ੍ਹਦੇ ਨਹੀਂ। ਜਿਹੜੇ ਪੜ੍ਹਦੇ ਆ ਉਹ ਬਾਣੀ, ਅੱਛਾ ਜਿਹੜੇ ਸਮਝਦੇ ਵੀ ਆ ਉਹ ਬਾਣੀ ਤੇ ਅਮਲ ਨਹੀਂ ਕਰਦੇ, ਚੱਲਦੇ ਨਹੀਂ। ਹੁਣ ਚਾਰ ਗੱਲਾਂ ਹੋ ਗਈਆਂ ਨਾ, ਜਾਣਾ, ਮੱਥਾ ਟੇਕਣਾ, ਪੜ੍ਹਨਾ, ਸਮਝਣਾ। ਤੇ ਇਹਨਾਂ ਸਾਰੀਆਂ ਗੱਲਾਂ ਤੋਂ ਅਸਲ ਗੱਲ ਕੀ ਹੈ? ਸਮਝ ਕੇ ਉਹਦੇ ਤੇ ਹੁਣ ਚੱਲਣਾ। ਮੈਂ ਐਗਜ਼ਾਮਪਲ ਦਿੰਦਾ ਹੁਣ ਅਗਲੀ ਤੁਹਾਨੂੰ। ਮੰਨ ਲਓ ਤੁਸੀਂ ਬਾਣੀ ਪੜ੍ਹਨ ਲੱਗ ਪਏ ਜਾਂ ਤੁਸੀਂ ਬਾਣੀ ਸੁਣਨ ਲੱਗ ਪਏ। ਪਹਿਲੀ ਗੱਲ ਤਾਂ ਸਾਨੂੰ ਇਹ ਹੀ ਬੜਾ ਡਰ ਅਜੇ ਦਿੱਤਾ ਹੋਇਆ ਵੀ ਸਾਰੇ ਨਹੀਂ ਬਾਣੀ ਪੜ੍ਹ ਸਕਦੇ। ਬਾਣੀ ਤੇ ਕੋਈ ਵਿਰਲਾ ਹੀ ਪੜ੍ਹ ਸਕਦਾ। ਤੇ ਕਈ ਵਾਰ ਸਾਨੂੰ ਇੱਦਾਂ ਵੀ ਕਹਿ ਦਿੱਤਾ ਜਾਂਦਾ ਵੀ ਜੇ ਬਾਣੀ ਪੜ੍ਹਦਿਆਂ ਗਲਤੀ ਹੋ ਜਾਏ ਕੀ ਹੁੰਦਾ? ਫਿਰ ਜੇ ਆਪਾਂ ਬਾਣੀ ਪੜ੍ਹੀਏ ਤੇ ਆਪਣੇ ਤੋਂ ਬਾਣੀ ਪੜ੍ਹਦਿਆਂ ਗਲਤੀ ਹੋ ਜਾਏ ਤੇ ਕੀ ਹੁੰਦਾ? ਪਾਪ ਲੱਗਦਾ। ਅੱਛਾ, ਬਾਣੀ ਪੜ੍ਹਦਿਆਂ ਗਲਤੀ ਹੋਊ ਪਾਪ ਲੱਗੂ ਕਿ ਬਾਣੀ ਨਾ ਪੜਾਂਗੇ ਤੇ ਪਾਪ ਲੱਗੂ? ਹੁਣ ਵੇਖੋ ਕਿੰਨਾ ਸ਼ਬਦ ਪਿਆਰਾ ਘੜਤਾ ਕਿਸੇ ਨੇ ਵੀ ਬਾਣੀ ਨਾ ਪੜ੍ਹਿਓ, ਜੇ ਪੜ੍ਹਦਿਆਂ ਗਲਤੀ ਹੋ ਗਈ ਤੇ ਤੁਹਾਨੂੰ। ਹੁਣ ਆਪਾਂ ਨੂੰ ਗੱਲ ਵਧੀਆ ਲੱਗੀ ਵੀ ਗਲਤੀ ਨਾ ਹੋ ਜਾਏ ਕਿਤੇ। ਅੱਛਾ, ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਮਨੁੱਖ ਪਹਿਲੀ ਵਾਰ ਕਰੇ ਤੇ ਗਲਤ ਨਾ ਹੋਵੇ? ਤੁਸੀਂ ਜਦੋਂ ਸਕੂਲ ਜਾਣਾ ਸ਼ੁਰੂ ਕੀਤਾ ਸੀ ਤੁਹਾਨੂੰ ਇਹ ਪਹਿਲੇ ਦਿਨ ਠੀਕ ਪਾਉਣਾ ਆ ਗਿਆ ਸੀ? ਤੁਹਾਨੂੰ ਤੇ ਤਾਂ ਡਾਟ ਦੇ ਕੇ ਉਹਨਾਂ ਨੇ ਕਿੰਨੀ, ਉਹ ਡਾਟ ਤੇ ਵੀ ਨਹੀਂ ਸੀ ਪਾਉਣਾ ਆਉਂਦਾ।
ਫਿਰ ਕੰਨ ਮਰੋੜਦੇ ਸੀ ਵੀ ਤੂੰ ਇੱਧਰ ਨੂੰ ਲੀਕ ਕਿਉਂ ਖਿੱਚਤੀ, ਇਹਨੂੰ ਕਿਉਂ ਨਹੀਂ ਕੀਤਾ, ਤੂੰ ਇਦਾਂ ਲਿਖਣਾ ਸੀ। ਤੇ ਜੇ ਤੁਸੀਂ ਪਹਿਲੇ ਦਿਨ ਇਦਾਂ ਸੋਚਦੇ ਵੀ ਆਪਣੇ ਤੋਂ ਤਾਂ ਪੈਣਾ ਨਹੀਂ, 3 ਦਿਨ ਹੋ ਗਏ ਮੈਨੂੰ, ਮੇਰੇ ਤੋਂ ਤਾਂ ਇਹ ਨਹੀਂ ਪੈ ਰਿਹਾ, ਪਹਿਲਾਂ ਡਾਟਸ ਦਿੱਤੇ ਇਦਾਂ, ਫਿਰ ਡਾਟਸ ਦੇਣ ਤੋਂ ਬਾਅਦ ਫਿਰ ਡਾਟਸ ਪਾਸੇ ਕਰਤੇ, ਫਿਰ ਉਦਾਂ ਤੁਹਾਨੂੰ 3 ਲੀਕਾਂ ਖਿੱਚਦੀਆਂ, ਉੱਪਰ ਖਿੱਚਦੀ, ਇੱਕ ਇੱਥੇ ਖਿੱਚਦੀ, ਇੱਕ ਇੱਥੇ ਖਿੱਚਦੀ, ਫਿਰ ਕਹਿੰਦੇ ਇਹਦਾ ਇਹ ਬਣਾਓ। ਆ ਗਿਆ ਨਾ ਹੁਣ ਇਹ ਪਾਉਣਾ, ਹੁਣ ਅੱਖਾਂ ਮੀਟ ਕੇ ਵੀ ਇਹ ਲਿਖ ਸਕਦੇ ਹੋ, ਤੁਸੀਂ ਲਿਖ ਲੈਂਦੇ ਆ ਨਾ। ਹੁਣ ਤੇ ਨਹੀਂ ਇਹਦਾ, ਹੁਣ ਕੋਈ ਕੰਨ ਤਾਂ ਨਹੀਂ ਨਾ ਮਰੋੜੂਗਾ ਵੀ ਆਹ ਕਿੱਦਾਂ ਦਾ ਇਹ ਪਾਇਆ। ਤੇ ਜੇ ਪਹਿਲੇ ਦਿਨ ਹੀ ਛੱਡ ਦਿੰਦੇ ਫਿਰ ਲਿਖਣਾ ਆ ਜਾਂਦਾ ਆਪਾਂ ਨੂੰ। ਠੀਕ ਇਸੇ ਤਰ੍ਹਾਂ ਬਾਣੀ ਪੜਾਂਗੇ, ਗਲਤੀ ਵੀ ਹੋਊਗੀ, ਗਲਤੀ ਵੀ ਹੋਊਗੀ, ਫਿਰ ਠੀਕ ਵੀ ਪੜਾਂਗੇ, ਸਿੰਪਲ ਹੈ। ਪਰ ਜੇ ਪੜਾਂਗੇ ਨਹੀਂ ਇਸ ਡਰ ਤੋਂ ਵੀ ਗਲਤੀ ਹੋ ਜਾਊਗੀ, ਤੇ ਫਿਰ ਕਦੀ ਵੀ ਬਾਣੀ ਪੜ੍ਹਨੀ ਨਹੀਂ ਆਊਗੀ। ਤੇ ਜੇ ਬਾਣੀ ਪੜ੍ਹਨੀ ਨਹੀਂ ਆਊਗੀ, ਫਿਰ ਗੁਰੂ ਸਾਹਿਬ ਜੀ ਦੇ ਉਪਦੇਸ਼ ਸਾਨੂੰ ਸਮਝ, ਤੇ ਜੇ ਗੁਰੂ ਦੇ ਉਪਦੇਸ਼ ਨਹੀਂ ਸਮਝ ਆਉਣਗੇ ਤੇ ਅਸੀਂ ਸਮਾਜ ਦੇ ਵਿੱਚ ਗਲਤ ਰਾਹਾਂ ਤੇ ਪੈ ਜਾਾਂਗੇ। ਕਦੋਂ ਪੈਂਦੇ ਹਾਂ ਅਸੀਂ ਗਲਤ? ਮੰਨ ਲਓ ਅੱਜ ਪੰਜਾਬ ਦੇ ਸਾਡੇ ਕੁਝ ਬੱਚੇ ਨਸ਼ੇ ਕਰਦੇ ਆ ਨਾ, ਕਰਦੇ ਹੋਣੇ, ਹੋ ਸਕਦਾ ਤੁਹਾਡੇ ਪਿੰਡ ਦੇ ਵੀ ਕਰਦੇ ਹੋਣ, ਕਈਆਂ ਨੂੰ ਤੁਸੀਂ ਜਾਣਦੇ ਹੋਣੇ ਆ ਜਿਹੜੇ ਨਸ਼ੇ ਕਰਦੇ ਆ, ਤੁਹਾਡੇ ਸਰਕਲ 'ਚ ਵੀ ਹੋਣੇ ਆ, ਕਈ ਰਿਸ਼ਤੇਦਾਰੀ 'ਚ ਹੋਣੇ ਆ। ਅੱਛਾ, ਹੁਣ ਆਪਣੇ ਅੰਦਰ ਹੀ ਸੋਚਿਓ ਭਲਾ ਵੀ ਜਿਹੜੇ ਨਸ਼ੇ ਕਰਦੇ ਆ ਉਹ ਪੜ੍ਹੇ ਲਿਖੇ ਵੀ ਆ ਕਿ ਸਾਰੇ ਅਨਪੜ੍ਹ ਹੀ ਆ? ਪੜ੍ਹੇ ਲਿਖੇ ਵੀ ਆ, ਓਕੇ, ਯਾਨੀ ਕਿ ਪੜ੍ਹੇ ਲਿਖੇ ਵੀ ਆ ਪਰ ਫਿਰ ਵੀ। ਅੱਛਾ, ਜਿਹੜਾ ਪੜ੍ਹਿਆ ਲਿਖਿਆ ਆ ਉਹਨੇ ਇਹ ਨਹੀਂ ਪੜ੍ਹਿਆ ਵੀ ਇਹ ਸਿਹਤ ਲਈ, ਕਿਉਂਕਿ ਇੰਨਾ ਕੁ ਤਾਂ ਪੜ੍ਹਿਆ ਹੀ ਹੋਣਾ ਬੰਦਾ। ਤੇ ਜੇ ਉਹ ਇੰਨਾ ਵੀ ਨਹੀਂ ਪੜ੍ਹਿਆ ਫਿਰ ਉਹ ਪੜ੍ਹਿਆ ਕੀ ਹੈ? ਇਹ ਸਿਹਤ ਲਈ। ਅੱਛਾ, ਨਸ਼ਾ ਬਣਾਉਣ ਵਾਲੇ ਨੇ ਆਪਣੇ ਪ੍ਰੋਡਕਟ ਤੇ ਲਿਖਤਾ ਵੀ ਇਹ ਤੇਰੀ ਸਿਹਤ ਲਈ, ਕਿਉਂਕਿ ਉਹਨੇ ਧੋਖਾ ਨਹੀਂ ਕੀਤਾ। ਵੇਖੋ, ਉਹਨੇ ਇਹ ਨਹੀਂ ਕਿਹਾ ਵੀ ਇਹਦੇ ਨਾਲ ਡੋਲੇ ਬਣ ਜਾਣਗੇ, ਇਹਦੇ ਨਾਲ ਤੁਸੀਂ ਹੱਟੇ ਕੱਟੇ ਹੋ ਜਾਓਗੇ, ਇਹਦੇ ਨਾਲ ਤੁਸੀਂ ਰਨਿੰਗ ਵਧੀਆ ਕਰ, ਇੱਦਾਂ ਨਹੀਂ ਨਾ ਲਿਖਿਆ ਉਹਨਾਂ ਨੇ। ਕੀ ਲਿਖਿਆ ਉਹਨਾਂ ਨੇ? ਇਹਦੇ ਨਾਲ ਤੁਹਾਡੀ ਸਿਹਤ। ਇਹਦਾ ਮਤਲਬ ਸ਼ਰਾਬ ਬਣਾਉਣ ਵਾਲਾ ਬੰਦਾ ਇਮਾਨਦਾਰ ਹੈ ਪਰ ਪੀਣ ਵਾਲਾ ਬੇਈਮਾਨ ਹੈ, ਕਿਉਂਕਿ ਗਲਤੀ ਕਿਹਨੇ ਕੀਤੀ ਹੈ? ਮੈਂ ਕੋਈ ਕਿਸੇ ਸ਼ਰਾਬ ਬਣਾਉਣ ਵਾਲੇ ਨੂੰ, ਮੇਰੀ ਗੱਲ ਸਮਝਿਓ ਧਿਆਨ ਨਾਲ, ਮੈਂ ਕੋਈ ਇੱਦਾਂ ਜਸਟੀਫਾਈ ਨਹੀਂ ਕਰਨ ਆਇਆ, ਕੋਈ ਕਿਸੇ ਨੂੰ ਸਰਟੀਫਿਕੇਟ ਨਹੀਂ ਦੇਣ ਆਇਆ ਆਪਾਂ, ਪਰ ਮੈਂ ਕਹਿੰਦਾ ਵੀ ਉਹਨੇ ਤੇ ਦੱਸਤਾ ਤੁਹਾਨੂੰ ਵੀ ਨਾ ਪੀਓ ਭਾਈ, ਤੁਹਾਡੀ ਸਿਹਤ ਖਰਾਬ ਕਰ ਦੂਗੀ ਇਹ। ਹੁਣ ਮੰਨ ਲਓ ਤੁਹਾਡੇ ਘਰ ਦੁੱਧ ਪਾਉਣ ਆਵੇ ਜਾਂ ਤੁਹਾਡੇ ਪਿੰਡ ਸਬਜ਼ੀ ਵੇਚਣ ਆਵੇ, ਤੇ ਉਹ ਸਬਜ਼ੀ ਵੇਚਣ ਤੋਂ ਪਹਿਲਾਂ ਕਹਿ ਦੇ ਵੀ ਆਹ ਸਬਜ਼ੀ ਨਾ ਕਾਣੀ ਹੈ, ਇਹ ਤੁਹਾਡੀ ਸਿਹਤ ਵਿਗਾੜ ਦੂਗੀ, ਖਰੀਦੋਗੇ ਫਿਰ ਉਹ ਸਬਜ਼ੀ? ਕਦੀ ਵੀ ਨਹੀਂ ਖਰੀਦੋਗੇ ਤੁਸੀਂ, ਕਿਉਂਕਿ ਉਹਨੇ ਦੱਸਤਾ। ਤੇ ਜੇ ਕੋਈ ਸਬਜ਼ੀ ਕਵੇ ਬਹੁਤ ਤਾਜ਼ੀ ਹੈ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਪਰ ਵੇਚ ਜਾਏ ਆਪਾਂ ਨੂੰ, ਤੇ ਆਪਾਂ ਬਾਅਦ 'ਚ ਕੱਟ ਕੇ ਵੇਖੀਏ ਤੇ ਸਬਜ਼ੀ ਕਾਣੀ ਹੋਵੇ ਜਾਂ ਉਹ ਗਲੀ ਹੋਈ ਹੋਵੇ, ਫਿਰ ਆਪਾਂ ਕਹਾਂਗੇ ਕਿੱਡਾ ਬੇਈਮਾਨ ਬੰਦਾ ਆ, ਆਪਾਂ ਨੂੰ ਕਿੱਦਾਂ ਦੀ ਸਬਜ਼ੀ ਦੇ ਗਿਆ। ਇਹਦਾ ਮਤਲਬ ਕੀ ਹੋਇਆ? ਜਿਹੜੇ ਬੰਦੇ ਨੇ ਨਸ਼ੇ ਦਾ ਕੋਈ ਵੀ ਪ੍ਰੋਡਕਟ ਬਣਾਇਆ, ਉਹਨੇ ਉਹਦੇ ਤੇ ਲਿਖਤਾ ਇਹ ਸਿਹਤ ਲਈ ਹਾਨੀਕਾਰਕ ਹੈ। ਹੁਣ ਜੇ ਪੜ੍ਹੇ ਲਿਖੇ ਨੇ ਉਹਨੂੰ ਪੜ੍ਹ ਕੇ ਇਗਨੋਰ ਕਰਤਾ ਜਾਂ ਉਹਨੂੰ ਸਮਝਿਆ ਨਹੀਂ ਵੀ ਸਿਹਤ ਲਈ ਹਾਨੀਕਾਰਕ ਦਾ ਮਤਲਬ ਕੀ ਹੁੰਦਾ। ਇਹ ਕੋਈ ਬਹੁਤੀ ਫਿਲਾਸਫੀ ਵਾਲੀ ਗੱਲ ਤਾਂ ਹੈ ਹੀ ਨਹੀਂ ਹੈ, ਇਹ ਕਿਸੇ ਟੀਚਰ ਕੋਲ ਤੇ ਜਾ ਕੇ ਸਮਝਣੀ ਨਹੀਂ ਪੈਣੀ ਸੀ, ਇਹ ਤਾਂ ਕਾਮਨ ਸੈਂਸ ਹੀ ਆ ਵੀ ਸਿਹਤ ਲਈ ਹਾਨੀਕਾਰਕ ਮਤਲਬ ਮੇਰੀ ਸਿਹਤ ਵਿਗਾੜ ਦੂਗੀ। ਫਿਰ ਉਹ ਪੜ੍ਹਿਆ ਲਿਖਿਆ ਵੀ ਹੈ, ਉਹਦੇ ਕੋਲ ਨੌਲੇਜ ਵੀ ਹੈ। ਹੁਣ ਇਹਦਾ ਮਤਲਬ ਸਮਝਿਓ ਧਿਆਨ ਨਾਲ, ਇਹਦਾ ਕਾਰਨ ਇਹ ਬਣਿਆ, ਇਹਦਾ ਸੈਂਸ, ਉਹਦੀ ਸੈਂਸ ਨੇ ਇਹ ਚੀਜ਼ ਨਹੀਂ ਸਮਝੀ ਵੀ ਇਹਦੇ ਤੇ ਜਿਹੜੀ ਗੱਲ ਲਿਖੀ ਹੈ ਇਹਦੇ ਨਾਲ ਮੇਰਾ ਨੁਕਸਾਨ ਕੀ ਹੋਣਾ। ਤੇ ਆਪਾਂ ਗੱਲ ਕੀ ਕੀਤੀ ਸੀ, ਜੇ ਉਹਨੇ ਆਪਣੀ ਸੈਂਸ ਨਹੀਂ ਨਾ ਵਰਤੀ ਤੇ ਚਲੋ ਘੱਟੋ ਘੱਟੋ ਕਿਸੇ ਦੇ ਆਖੇ ਲੱਗ ਜਾਏ। ਤੇ ਅੱਜ ਕੱਲ੍ਹ ਬੰਦਾ ਵੈਸੇ ਛੇਤੀ ਕਰਕੇ ਕੋਈ ਕਿਸੇ ਦੇ ਆਖੇ ਨਹੀਂ ਲੱਗਦਾ।
ਪਰ ਆਪਾਂ ਸਾਰੇ ਗੁਰੂ ਦੇ ਆਖੇ ਲੱਗਦੇ ਹੀ ਆ ਨਾ, ਕਿਉਂਕਿ ਗੁਰੂ ਸਾਹਿਬ ਨੂੰ ਆਪਾਂ ਮਹਾਨ ਸਮਝਦੇ ਹਾਂ, ਤਾਂ ਹੀ ਤੇ ਮੱਥਾ ਟੇਕਦੇ ਹਾਂ, ਤਾਂ ਹੀ ਤੇ ਗੁਰਦੁਆਰੇ ਆਉਂਦੇ। ਹੁਣ ਉਹ ਜੇ ਬਾਣੀ ਪੜ੍ਹੇ ਤੇ ਉਧਰੋਂ ਤੇ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੋਵੇ ਸਿਹਤ ਲਈ ਹਾਨੀਕਾਰਕ, ਤੇ ਉਧਰੋਂ ਗੁਰੂ ਸਾਹਿਬ ਵੀ ਕਹਿ ਦੇਣ ਵੀ ਇਹਨੂੰ ਪੀਣ ਨਾਲ ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਦੋ ਚੀਜ਼ਾਂ ਹੋ ਗਈਆਂ ਹੁਣ, ਵੀ ਇਹ ਵੀ ਲਿਖਿਆ ਹਾਨੀਕਾਰਕ ਹੈ ਤੇ ਇੱਥੇ ਇਹ ਵੀ ਲਿਖਿਆ ਵੀ ਇਹਨੂੰ ਪੀਣ ਨਾਲ ਮੱਤ ਮਾਰੀ ਜਾ ਸਕਦੀ ਹੈ। ਹਾਲਾਂਕਿ ਸਵਾਲ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਨੇ ਫੈਸਲਾ ਦਿੱਤਾ ਵੀ ਨਸ਼ਾ, ਕੋਈ ਵੀ ਨਸ਼ਾ ਹੋਵੇ, ਕੱਲਾ ਸ਼ਰਾਬ ਦਾ ਹੀ ਨਹੀਂ, ਆਪਾਂ ਨਸ਼ੇ ਤਾਂ ਬੱਚਿਓ ਝੂਠ ਦਾ ਵੀ ਨਸ਼ਾ ਮਾੜਾ, ਨਸ਼ਾ ਤੇ ਹੰਕਾਰ ਦਾ ਵੀ ਮਾੜਾ, ਨਸ਼ਾ ਤਾਂ ਨਫ਼ਰਤ ਦਾ ਵੀ ਮਾੜਾ। ਕਿਸੇ ਵੀ ਚੀਜ਼ ਦਾ ਨਸ਼ਾ ਕਰ ਲਈਏ ਆਪਾਂ, ਖਤਰਨਾਕ ਹੈ ਉਹ। ਤੇ ਆਪਾਂ ਕਈ ਨਸ਼ੇ ਕਰਦੇ ਹਾਂ। ਹੁਣ ਤੁਹਾਡੇ ਚੋਂ ਕੋਈ ਵੀ ਬੰਦਾ ਦੁਨਿਆਵੀ ਨਸ਼ਾ ਤੇ ਉਹ ਕਰਦਾ ਹੀ ਨਹੀਂ ਜਿਹੜੇ ਨਸ਼ੇ ਦੀ ਆਪਾਂ ਗੱਲ ਕਰਦੇ ਹਾਂ, ਪਰ ਨਫ਼ਰਤ ਦਾ ਨਸ਼ਾ ਕਰਦੇ ਹੋ ਨਾ, ਥੋੜੀ ਕਈ ਵਾਰ ਹੋ ਜਾਂਦੀ ਨਫ਼ਰਤ, ਨਾਲ ਦੇ ਕਲਾਸ ਫੈਲੋ ਨਾਲ ਪੜ੍ਹਨ ਵਾਲੀ ਬੱਚੀ ਨਾਲ, ਪੜ੍ਹਨ ਵਾਲੇ ਬੱਚੇ ਨਾਲ, ਕਈ ਵਾਰ ਘਰ 'ਚ ਹੀ ਕਿਸੇ ਨਾਲ ਹੋ ਜਾਂਦੀ, ਕਈ ਵਾਰ ਆਂਢ ਗੁਆਂਢ 'ਚ ਹੋ ਜਾਂਦੀ। ਮਤਲਬ ਨਫ਼ਰਤ ਦਾ ਨਸ਼ਾ ਤੇ ਆਪਾਂ ਵੀ ਕਰਦੇ ਹਾਂ ਸਾਰੇ। ਕਈ ਵਾਰ ਅਸੀਂ ਗੱਲਾਂ ਨੂੰ ਲੁਕਾਉਣ ਲੱਗ ਜਾਂਦੇ ਹਾਂ ਵੀ ਚੱਲ ਕਿਸੇ ਨੂੰ ਪਤਾ ਨਾ ਲੱਗੇ, ਨਿੱਕੀਆਂ ਗੱਲਾਂ ਹੁੰਦੀਆਂ ਪਰ ਆਪਾਂ ਲੁਕਾਉਣ ਲੱਗ ਜਾਂਦੇ ਹਾਂ। ਤੇ ਅੱਜ ਨਿੱਕੀ ਜਿਹੀ ਗੱਲ ਲੁਕਾਉਂਦੇ ਹਾਂ ਤੇ ਕੱਲ ਨੂੰ ਆਪਾਂ ਫਿਰ ਇੱਕ ਵੱਡੀ ਗੱਲ ਵੀ, ਸੁਭਾਵਕ ਹੈ ਕਿਉਂਕਿ ਆਦਤ ਪੈ ਜਾਣੀ ਸਾਨੂੰ, ਤੇ ਜਦੋਂ ਆਦਤ ਪੈ ਗਈ ਫਿਰ ਵੱਡੀ ਲੁਕਾਓਗੇ, ਫਿਰ ਉਹਦੇ ਤੋਂ ਵੱਡੀ ਲੁਕਾਓਗੇ, ਫਿਰ ਇੱਕ ਦਿਨ ਇੰਨੀਆਂ ਗੱਲਾਂ ਲੁਕਾਉਣ ਦੀ ਆਦਤ ਪੈ ਜਾਣੀ ਹੈ ਤੇ ਫਿਰ ਤੁਹਾਨੂੰ ਰਾਤ ਨੂੰ ਸਹਿਮ ਹੋਣਾ ਵੀ ਜੇ ਇਹ ਮੇਰੀਆਂ ਗੱਲਾਂ ਕਿਸੇ ਨੂੰ ਪਤਾ ਲੱਗ ਗਈਆਂ ਤੇ ਫਿਰ ਕੀ ਬਣੂ, ਫਿਰ ਨੀਂਦ ਨਹੀਂ ਆਉਣੀ ਸਾਰੀ ਰਾਤ। ਨਸ਼ੇ ਨਾਲ ਵੀ ਮੱਤ ਮਾਰੀ ਜਾਂਦੀ ਹੈ ਤੇ ਝੂਠ ਬੋਲਣ ਨਾਲ ਵੀ ਸੇਮ ਹੀ ਹੈ। ਹੁਣ ਇਹ ਗੱਲਾਂ ਕਿੱਥੋਂ ਸਮਝ ਆਉਣਗੀਆਂ ਸਾਨੂੰ ਭਲਾ? ਗੁਰੂ ਦੇ ਉਪਦੇਸ਼ ਤੋਂ। ਤੇ ਗੁਰੂ ਦਾ ਉਪਦੇਸ਼ ਕੀ ਹੈ? ਸਾਨੂੰ ਗੁਰਬਾਣੀ ਨੂੰ ਪੜ੍ਹਨਾ ਪਊਗਾ। ਤੇ ਸਾਨੂੰ ਇਹ ਦੱਸਿਆ ਜਾ ਰਿਹਾ ਵੀ ਜੇ ਤੁਸੀਂ ਬਾਣੀ ਪੜ੍ਹੋਗੇ ਤੇ ਬਾਣੀ ਪੜ੍ਹਦਿਆਂ ਗਲਤੀ ਹੋਊਗੀ ਤੇ ਕੀ ਹੋਊਗਾ? ਪਾਪ ਲੱਗੂਗਾ। ਅਸੀਂ ਡਰ ਗਏ, ਪਰ ਨਾ ਪੜ੍ਹਨ ਕਰਕੇ ਝੂਠ ਬੋਲਣ ਲੱਗ ਪਏ, ਝੂਠ ਬੋਲਣ ਕਰਕੇ ਅਸੀਂ ਗੱਲਾਂ ਲੁਕਾਉਣ ਲੱਗ ਪਏ, ਲੁਕਾਉਣ ਕਰਕੇ ਪਾਪੀ ਤੇ ਫਿਰ ਬਣ ਗਏ, ਸਗੋਂ ਜ਼ਿਆਦਾ ਖਤਰਨਾਕ ਪਾਪੀ ਹੋ ਗਏ ਆਪਾਂ। ਮੰਨ ਲਓ ਬੱਚਾ ਨਸ਼ੇ ਦੇ ਰਾਹ ਪੈ ਗਿਆ, ਫੋਰ ਐਗਜ਼ਾਮਪਲ ਕੋਈ ਬੱਚਾ ਪਹਿਲੇ ਦਿਨ ਨਸ਼ਾ ਕਰਕੇ ਆਣ ਕੇ ਘਰ ਦੱਸ ਦੇ ਨਾ ਆਪਣੇ, ਤੇ ਮੈਨੂੰ ਲੱਗਦਾ ਉਹਨੂੰ ਕੋਈ ਇੰਨੀ ਖਤਰਨਾਕ ਬਿਮਾਰੀ ਨਹੀਂ ਲੱਗ ਜਾਂਦੀ ਨਸ਼ੇ ਨਾਲ। ਜੇ ਪਹਿਲੇ ਦਿਨ ਨਸ਼ਾ ਕਰਨ ਵਾਲੇ ਬੱਚੇ ਦਾ ਪਤਾ ਲੱਗ ਜਾਏ ਤੇ ਉਹਦਾ ਨਸ਼ਾ ਛਡਾਇਆ ਜਾ ਸਕਦਾ, ਪਰ ਉਹ ਪਹਿਲੇ ਦਿਨ ਦੱਸਦਾ ਨਹੀਂ, ਦੂਜੇ ਦਿਨ ਵੀ ਨਹੀਂ ਦੱਸਦਾ। ਉਹਦਾ ਪਤਾ ਕਦੋਂ ਲੱਗਦਾ? ਜਦੋਂ ਬੁਰੀ ਤਰ੍ਹਾਂ ਨਾਲ ਉਹਦੀ ਜਕੜ ਵਿੱਚ ਉਹ ਜਕੜਿਆ ਜਾਂਦਾ। ਠੀਕ ਹੈ। ਹੁਣ ਗੁਰੂ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਆਪਾਂ ਨੂੰ ਗੁਰੂ ਦਾ ਉਪਦੇਸ਼ ਸਮਝਾਊਗੀ। ਬੇਸਿਕਲੀ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ, ਗੁਰਦੁਆਰੇ ਆਉਣਾ, ਮੱਥਾ ਟੇਕਣਾ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸਮਝਣਾ, ਤੇ ਫਿਰ ਬਾਣੀ ਤੇ ਮੰਨ ਕੇ ਉਹਦੇ ਤੇ ਚੱਲਣਾ ਚਾਹੀਦਾ। ਠੀਕ ਹੈ। ਪਰ ਪਹਿਲੀ ਗੱਲ ਤੇ ਆਉਣ ਵਾਲੇ ਘੱਟ ਨੇ, ਜੇ ਆਉਣ ਵਾਲੇ ਨੇ ਤੇ ਮੱਥਾ ਟੇਕਣਾ, ਬੜੇ ਬੰਦੇ ਆ ਗੁਰਦੁਆਰੇ ਬਾਹਰ ਆਣ ਕੇ ਨਾ ਉੱਥੋਂ ਘੁੰਮ ਕੇ ਚਲੇ ਜਾਂਦੇ, ਉੱਧਰ ਮੱਥਾ ਟੇਕਣ ਹੀ ਨਹੀਂ ਆਉਂਦੇ। ਤੇ ਬੜੇ ਆ ਜਿਹੜੇ ਮੱਥਾ ਟੇਕਦੇ ਆ ਪਰ ਉਹ ਗੁਰਬਾਣੀ ਦਾ ਕੋਈ ਸ਼ਬਦ ਨਹੀਂ ਪੜ੍ਹਦੇ ਜਾਂ ਸ਼ਬਦ ਨਹੀਂ ਸੁਣਦੇ। ਤੇ ਬੜੇ ਆ ਜਿਹੜੇ ਸੁਣ ਵੀ ਲੈਂਦੇ ਆ, ਪੜ੍ਹ ਵੀ ਲੈਂਦੇ ਆ, ਪਰ ਉਹਨੂੰ ਸਮਝਦੇ ਨਹੀਂ ਆ। ਤੇ ਜਿਹੜੇ ਸਮਝਦੇ ਆ ਉਹ ਵੀ ਅਮਲ, ਫਰਕ ਨਹੀਂ ਹੈ ਕੋਈ ਵੀ ਫਿਰ ਉਹਨਾਂ 'ਚ। ਗੱਲ ਤਾਂ ਅਮਲ ਤੇ ਹੀ ਨਿਬੜਨੀ ਹੈ। ਇਹ ਠੀਕ ਆ, ਉਹ ਇੱਕ ਪੜਿਆ, ਇੱਕ ਸਟੈਪ ਅੱਗੇ ਹੋ ਸਕਦੇ ਆ, ਪਰ ਖੜੇ ਸਾਰੇ ਦੇ ਸਾਰੇ ਉੱਥੇ ਹੀ ਨੇ। ਹੁਣ ਤੁਹਾਡੇ ਸਾਹਮਣੇ ਇੱਕ ਸਲੋਕ ਮੈਂ, ਕਿਉਂਕਿ ਫਿਰ ਇਹ ਗੱਲ ਤਾਂ ਸਾਨੂੰ ਸਮਝ ਆ ਗਈ ਵੀ ਬਾਣੀ ਚੋਂ ਹੀ ਪਤਾ ਲੱਗੂਗਾ। ਹੁਣ ਸਾਨੂੰ ਸਾਰਿਆਂ ਨੂੰ ਆਪ ਵੀ ਬਾਣੀ ਪੜ੍ਹਨੀ ਪਊਗੀ, ਤੇ ਜੇ ਤੁਸੀਂ ਸਾਰੇ ਚਾਹੁੰਦੇ ਆ ਸਾਡੇ ਪਿੰਡ, ਕੀ ਨਾਮ ਆਪਣੇ ਪਿੰਡ ਦਾ? ਰੂੜੇ ਹਾਸਲ, ਅੱਛਾ ਆਸਲ, ਰੂੜੇ ਆਸਲ,
ਤੁਸੀਂ ਚਾਹੁੰਦੇ ਆ ਤੁਹਾਡੇ ਸਾਰੇ ਪਿੰਡ ਦਾ ਭਲਾ ਹੋਵੇ, ਚੰਗਾ ਵਧੀਆ ਪਿੰਡ ਹੋਵੇ, ਚੰਗੇ ਚਾਹੁੰਦੇ ਆ ਏਦਾਂ? ਕੀ ਕੀਤਾ ਜਾ ਸਕਦਾ ਉਹਦੇ ਲਈ? ਇੱਕੋ ਹੀ ਤਰੀਕਾ, ਰੂੜੇ ਅਸਲ ਦੇ ਸਾਰੇ ਲੋਕ ਬਾਣੀ ਨੂੰ ਪੜ੍ਹਨ ਲੱਗ ਜਾਣ, ਫਿਰ ਬਾਣੀ ਨੂੰ ਸਮਝਣ ਲੱਗ ਜਾਣ, ਫਿਰ ਸਮਝ ਕੇ ਉਹਦੇ ਤੇ ਅਮਲ ਕਰਨ ਲੱਗ ਜਾਣ। ਤੇ ਮੈਨੂੰ ਨਹੀਂ ਲੱਗਦਾ ਅਸੀਂ ਬਹੁਤ ਲੰਬੀ ਚੌੜੀ ਨਹੀਂ ਕੋਈ ਏਦਾਂ ਵੇਟ ਕਰਨੀ ਪੈਣੀ, ਬਹੁਤ ਛੇਤੀ ਅਸੀਂ ਆਪਣੇ ਪਿੰਡਾਂ ਨੂੰ, ਆਪਣੇ ਇਲਾਕਿਆਂ ਨੂੰ ਸਵਾਰ ਸਕਦੇ ਹਾਂ। ਪਰ ਇਸ ਬੰਨੇ ਤੁਰਨਾ ਸਭ ਤੋਂ ਔਖਾ ਕੰਮ ਹੈ। ਵੇਖੋ, ਸਾਡੇ ਕੋਲ ਕਿਸੇ ਨੂੰ ਲੜਾਉਣਾ ਤੇ ਕਿਸੇ ਨਾਲ ਲੜਨਾ ਬਹੁਤ ਸੌਖਾ ਕੰਮ ਹੈ। ਤੁਸੀਂ ਲੜ ਬਹੁਤ ਛੇਤੀ ਪੈਂਦੇ ਆ, ਲੜ ਪੈਂਦੇ ਆ ਨਾ, ਪਰ ਤੁਸੀਂ ਮੰਨਦੇ ਬਹੁਤ ਲੇਟ ਆ, ਕਿਉਂਕਿ ਲੜਨਾ ਸੌਖਾ ਤੇ ਮੰਨਣਾ ਬਹੁਤ ਔਖਾ ਕੰਮ ਹੈ। ਲੜਨ ਵੇਲੇ ਵੀ ਤੁਹਾਡੇ ਸਾਹਮਣੇ ਜਿਹਦੇ ਨਾਲ ਤੁਸੀਂ ਲੜਦੇ ਹੋ ਉਹਦੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਆ ਨਾ, ਮਤਲਬ ਜਿਹਦੇ ਨਾਲ ਤੁਸੀਂ ਲੜਦੇ ਬੇਸਿਕਲੀ ਉਹਦੀਆਂ ਤੁਹਾਡੇ ਸਾਹਮਣੇ ਬੜੀਆਂ ਪੋਜ਼ਿਟਿਵ ਚੀਜ਼ਾਂ ਵੀ ਹੁੰਦੀਆਂ, ਪਰ ਤੁਸੀਂ ਲੜਨ ਲੱਗੇ ਸਾਰਾ ਕੁਝ ਭੁੱਲ ਜਾਂਦੇ ਆ। ਪਰ ਜਦੋਂ ਤੁਸੀਂ ਮੰਨਣਾ ਹੁੰਦਾ ਨਾ, ਉਦੋਂ ਫਿਰ ਸਾਰੀਆਂ ਗੱਲਾਂ ਚੇਤੇ ਕਰਦੇ ਹੋ ਵੀ ਮੈਂ ਨਹੀਂ ਬੋਲਣਾ ਤੇਰੇ ਨਾਲ, ਤੂੰ ਐਂ ਕੀਤਾ, ਫਲਾਣੇ ਥਾਂ ਤੇ ਤੂੰ ਐਂ ਕੀਤਾ, ਉਦੋਂ ਤੂੰ ਏਦਾਂ ਬੋਲੀ ਮੇਰੇ ਨਾਲ, ਉਦੋਂ ਤੂੰ ਐਂ ਕਹਿਤਾ। ਹੁਣ ਤੁਸੀਂ ਸਾਰਾ ਹੀ ਯਾਦ ਕਰ ਲਿਆ ਤੇ ਲੜਨ ਲੱਗਿਆ ਨਹੀਂ ਯਾਦ ਕੀਤਾ ਵੀ ਅਸੀਂ ਤਾਂ ਇਕੱਠੇ ਹੀ ਆ, ਇੱਕ ਥਾਂ ਤੇ ਹੀ ਪੜ੍ਹਦੇ ਆ ਸਾਰੇ, ਇੱਕੋ ਹੀ ਪਿੰਡ ਹੈ ਸਾਡਾ, ਇੱਕੋ ਘਰ 'ਚ ਰਹਿੰਦੇ ਆ। ਕਿਉਂਕਿ ਲੜਨਾ ਸੌਖਾ ਤੇ ਮੰਨਣਾ ਔਖਾ ਆ, ਤੇ ਆਪਾਂ ਸਾਰੇ ਫਿਰ ਸੌਖਾ ਕੰਮ ਕਰਦੇ ਆ। ਇਸੇ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਾਂਗੇ ਤੇ ਗੁਰੂ ਸਾਹਿਬ ਸਾਨੂੰ ਸੌਖਾ ਕੰਮ ਨਹੀਂ ਦੱਸਣਗੇ, ਕੰਮ ਔਖਾ ਦੱਸਣਗੇ, ਪਰ ਉਹਦੇ ਰਿਜ਼ਲਟ ਬੜੇ ਵਧੀਆ ਹੋਣਗੇ। ਫੌਰੀ ਤੌਰ ਤੇ ਨਹੀਂ ਬੱਚੇ ਉਹ ਵੇਖਣਾ ਹੁੰਦਾ ਵੀ ਹੁਣ ਸੌਖਾ ਕੀ ਹੈ। ਮੰਨ ਲਓ ਪੜ੍ਹਨਾ ਸੌਖਾ ਕਿ ਵਿਹਲੇ ਰਹਿਣਾ ਸੌਖਾ? ਬੋਲੋ, ਵਿਹਲੇ ਰਹਿਣਾ। ਮਸਤੀ ਹੈ, ਗੱਲ ਹੀ ਕੋਈ ਨਹੀਂ, ਪੜ੍ਹਨਾ ਨਹੀਂ, ਕੋਈ ਕਿਤਾਬ ਨਹੀਂ ਪੜ੍ਹਨੀ, ਕੋਈ ਯਾਦ ਨਹੀਂ ਕਰਨਾ, ਹੱਥ ਨਹੀਂ ਦੁਖਣਾ, ਇੱਦਾਂ ਲਿਖਣਾ ਨਹੀਂ ਕੁਛ ਵੀ ਪੈਣਾ। ਕਿੰਨਾ ਸੌਖਾ ਕੰਮ ਹੈ, ਆਰਾਮ ਨਾਲ ਖਾਓ ਪੀਓ, ਸੌ ਨਜ਼ਾਰੇ ਲਓ, ਫੋਨ ਵੇਖ ਲਓ ਮਾੜਾ ਮੋਟਾ, ਨਜ਼ਾਰੇ ਜ਼ਿੰਦਗੀ ਦੇ। ਪਰ ਇਹ ਨਜ਼ਾਰੇ ਕੱਲ੍ਹ ਨੂੰ ਤੁਹਾਨੂੰ ਨੁਕਸਾਨ ਪਹੁੰਚਾਉਣਗੇ, ਦੁਖੀ ਕਰਨਗੇ ਕੱਲ੍ਹ ਨੂੰ। ਅੱਜ ਤੇ ਨਜ਼ਾਰੇ ਆ, ਪਰ ਕੱਲ੍ਹ ਨੂੰ ਅੱਜ ਦੁਖੀ ਹੋ ਲਓ ਥੋੜ੍ਹਾ ਜਿਹਾ, ਮਾੜਾ ਜਿਹਾ ਟਾਈਮ ਨਾਲ ਉੱਠ ਜਿਆ ਕਰੋ, ਮਾੜਾ ਜਿਹਾ ਸਰੀਰ ਨੂੰ ਫਿੱਟ ਰੱਖਣ ਵਾਸਤੇ ਮਾੜੀ ਜੀ ਐਕਸਰਸਾਈਜ਼ ਕਰ ਲਿਆ ਕਰੋ, ਸਰੀਰ ਲਾ ਲਿਆ ਕਰੋ ਮਾੜਾ ਜਿਹਾ। ਔਖਾ ਤੇ ਬਹੁਤ ਲੱਗਦਾ ਸਵੇਰੇ ਸਵੇਰੇ ਉੱਠਣਾ, ਸਰੀਰ ਨੂੰ ਲਾਉਣਾ, ਫਿਰ ਐਕਸਰਸਾਈਜ਼ ਕਰਨੀ। ਆਪਾਂ ਤਾਂ ਮਤਲਬ ਆਰਾਮ ਜੇ ਫੀਲ ਕਰਦੇ ਆ ਨਾ ਸਾਰੇ, ਵੀ ਐ ਆਰਾਮ ਨਾਲ ਪਏ ਹੋਈਏ, ਚਾਹ ਵੀ ਉੱਥੇ ਹੀ ਆ ਜਾਏ, ਚਾਹ ਦੇ ਵੀ ਕੋਈ ਜਾਏ, ਤੇ ਚਾਹ ਪੀਣ ਤੋਂ ਬਾਅਦ ਚਾਹ ਵਾਲਾ ਕੱਪ ਵੀ ਕੋਈ ਦੂਜਾ ਹੀ ਲੈ ਜਾਏ ਚੁੱਕ। ਤੁਸੀਂ ਬਿਮਾਰ ਥੋੜ੍ਹੀ ਆ, ਕਿਸੇ ਹੌਸਪੀਟਲ 'ਚ ਥੋੜ੍ਹੀ ਐਡਮਿਟ ਹੋਏ ਆ ਵੀ ਤੁਹਾਨੂੰ ਚਾਹ ਕੋਈ ਪਿਆ ਜਾਏ, ਗਲੂਕੋਜ਼ ਥੋੜ੍ਹੀ ਹੈ ਉਹ। ਹੁਣ ਕਿੰਨਾ ਚੰਗਾ ਹੋਵੇ ਵੀ ਜੇ ਆਪਾਂ ਟਾਈਮ, ਅੱਛਾ ਦੋ ਫਾਇਦੇ ਉਹਦੇ, ਇੱਕ ਤਾਂ ਜਿਹੜਾ ਬੱਚਾ ਸਵੇਰੇ ਟਾਈਮ ਨਾਲ ਉੱਠ ਕੇ ਪਾਣੀ ਦਾ ਗਿਲਾਸ ਆਪ ਫੜ ਕੇ ਪੀ ਲੇ, ਚਾਹ ਆਪਣੀ ਆਪ ਫੜ ਕੇ ਪੀ ਲੇ, ਤੇ ਘਰਦਿਆਂ ਨੂੰ ਐਂ ਲੱਗਦਾ ਵੀ ਸਾਡਾ ਬੱਚਾ ਕਿੰਨਾ ਸਿਆਣਾ ਹੈ। ਇੱਕ ਤਾਂ ਸਿਆਣੇ ਬਣ ਗਏ ਆਪਾਂ, ਦੂਜਾ ਸਰੀਰ ਹਿੱਲ ਗਿਆ ਥੋੜ੍ਹਾ ਜਿਹਾ, ਐਕਸਰਸਾਈਜ਼ ਹੋ ਗਈ, ਮਾੜੇ ਜਿਹੇ ਗੋਡੇ ਗਾਡੇ ਹਿੱਲ ਗਏ, ਮਾੜੇ ਜਿਹੇ ਹੱਥਾਂ ਨੂੰ ਵੀ ਇੱਦਾਂ ਐਕਸਰਸਾਈਜ਼ ਹੋ ਗਈ ਹੱਥਾਂ ਦੀ, ਸਾਡੀਆਂ ਹੱਡੀਆਂ ਵੀ ਠੀਕ ਹੋ ਗਈਆਂ। ਦੋ ਫਾਇਦੇ ਹੋ ਗਏ। ਤੀਜਾ, ਜਦੋਂ ਉੱਠ ਹੀ ਪਏ ਫਿਰ ਬੰਦੇ ਨੂੰ ਲੱਗਦਾ ਵੀ ਚਲੋ ਉੱਠ ਤਾਂ ਹੁਣ ਪਏ ਹੀ ਆ, ਫਿਰ ਹੁਣ ਕੁਛ ਕਰ ਹੀ ਲਈਏ, ਕੋਈ ਕੰਮ ਹੀ ਕਰ ਲਈਏ। ਤੇ ਜਦੋਂ ਆਪਾਂ ਪਏ ਹੀ ਚਾਹ, ਤੇ ਚਾਹ ਦਾ ਕੱਪ ਕੋਈ ਫਿਰ ਲੈ ਗਿਆ, ਤੇ ਮੰਜਾ ਫਿਰ ਦਿਸ ਰਿਹਾ ਜੇ, ਬੈੱਡ ਦਿਸ ਰਿਹਾ, ਫਿਰ ਬੰਦਾ ਸੋਚਦਾ ਵੀ ਚਲੋ 10 ਮਿੰਟ ਹੋਰ ਸਹੀ, ਵੀ ਅਜੇ ਹੈ ਤੇ ਪਏ ਹੀ ਆ, ਉੱਠੇ ਤੇ ਹੈ ਹੀ ਨਹੀਂ। ਮਤਲਬ ਅਸੀਂ ਸਾਰੇ ਆਮ ਕਰਕੇ ਸਾਡੀ ਲਾਈਫ ਵਿੱਚ ਇਸ ਤਰ੍ਹਾਂ, ਤੁਹਾਨੂੰ ਆਰਾਮ ਚਾਹੀਦਾ। ਇੱਕ ਗੱਲ ਪਿਆਰੇ ਬੱਚਿਓ ਇਸ ਕਲਾਸ ਦੀ ਹਮੇਸ਼ਾ ਯਾਦ ਰੱਖਿਓ, ਮੈਂ ਹਮੇਸ਼ਾ ਬੱਚਿਆਂ ਨੂੰ ਕਹਿਣਾ ਹੁੰਦਾ, ਤੁਹਾਡੀ ਜ਼ਿੰਦਗੀ 'ਚ ਦੋਵੇਂ ਚੀਜ਼ਾਂ ਹੈਗੀਆਂ, ਆਰਾਮ ਵੀ ਹੈਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬੇਆਰਾਮੀ ਵੀ ਹੈਗੀ ਹੈ। ਇਹ ਦੋਵੇਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ। ਹੁਣ ਇਹ ਤੁਸੀਂ ਵੇਖੋ ਵੀ ਤੁਹਾਨੂੰ ਬੇਆਰਾਮੀ ਹੋਣੀ ਚਾਹੀਦੀ ਹੈ ਕਿ ਆਰਾਮ ਹੋਣਾ ਚਾਹੀਦਾ ਵਾ। ਇੱਕ ਚੀਜ਼ ਤੁਹਾਨੂੰ ਅੱਜ ਮਿਲਣੀ ਹੈ, ਇੱਕ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਿਲਣੀ।
ਜੇ ਤੇ ਬੇਆਰਾਮੀ ਅੱਜ ਚਾਹੀਦੀ ਹੈ ਤੇ ਫਿਰ ਕੱਲ ਨੂੰ ਆਰਾਮ ਮਿਲ ਜੂਗਾ। ਅੱਜ ਟਾਈਮ ਨਾਲ ਕੰਮ ਕਰਿਆ ਕਰੋ, ਪੜ੍ਹਿਆ ਕਰੋ, ਧਿਆਨ ਦਿਆ ਕਰੋ, ਫੋਕਸ ਕਰੋ ਆਪਣੀ ਜ਼ਿੰਦਗੀ ਤੇ, ਖੁਦ ਦੀ ਸਟੱਡੀ ਕਰਨਾ ਸਿੱਖੋ, ਆਪਣੇ ਆਪ ਨੂੰ ਪੜ੍ਹਨਾ ਸਿੱਖੋ, ਆਪਣੀਆਂ ਆਦਤਾਂ ਨੂੰ ਠੀਕ ਕਰ ਲਓ। ਤੇ ਫਿਰ ਕੀ ਹੋਊਗਾ, ਜਦੋਂ ਤੁਸੀਂ ਵਧੀਆ ਇਨਸਾਨ ਬਣ ਜਾਓਗੇ, ਚੰਗੇ ਬੱਚੇ ਹੋਗੇ, ਇੰਟੈਲੀਜੈਂਟ ਹੋਗੇ, ਪੜ੍ਹਾਈ 'ਚ ਟੌਪ ਕਰੋਗੇ, ਤੇ ਫਿਰ ਲੋਕ ਤੁਹਾਨੂੰ ਕੱਲ ਨੂੰ ਤੁਹਾਡੇ ਲਈ ਸੁੱਖ ਮੁਹੱਈਆ ਕਰਕੇ ਦੇਣਗੇ ਤੁਹਾਨੂੰ। ਫਿਰ ਆਰਾਮ ਕਰਿਓ। ਅੱਜ ਬੇਆਰਾਮੀ ਕਰ ਲਓ, ਟਾਈਮ ਨਾਲ ਉੱਠ ਜਿਆ ਕਰੋ, ਟਾਈਮ ਨਾਲ ਪੜ੍ਹ ਲਿਆ ਕਰੋ, ਟਾਈਮ ਨਾਲ ਕੰਮ ਕਰ ਲਿਆ ਕਰੋ। ਫਿਰ ਕੱਲ ਨੂੰ ਤੁਹਾਨੂੰ ਵਧੀਆ ਐਜੂਕੇਸ਼ਨ ਹੋਣ ਕਰਕੇ, ਚੰਗੇ ਇਨਸਾਨ ਹੋਣ ਕਰਕੇ ਤੁਹਾਨੂੰ ਕੋਈ ਵਧੀਆ ਜੌਬ ਮਿਲ ਜੂਗੀ। ਫਿਰ ਆਰਾਮ ਨਾਲ ਕੁਰਸੀ ਤੇ ਬਹਿ ਕੇ ਹੁਕਮ ਚਲਾਇਆ ਕਰਿਓ। ਤੇ ਜਾਂ ਫਿਰ ਹੁਣ ਮੰਜੇ ਤੇ ਬਹਿ ਕੇ ਹੁਕਮ ਚਲਾ ਲਓ, ਫਿਰ ਸਾਰੀ ਜ਼ਿੰਦਗੀ ਬਸ ਫਿਰ ਗੱਲਾਂ ਸੁਣੀਆਂ ਲੋਕਾਂ ਦੀਆਂ, ਫਿਰ ਬੇਆਰਾਮੀ ਸਾਰੀ ਜ਼ਿੰਦਗੀ ਝੱਲਿਓ। ਕਿਉਂਕਿ ਫਿਰ ਇਹ ਤਾਂ ਇੱਕ ਟਾਈਮ ਤਾਂ ਹੀ ਹੋਣਾ। ਹੁਣ ਇਹਦਾ ਮਤਲਬ ਦੋਵੇਂ ਚੀਜ਼ਾਂ ਤੁਹਾਡੇ ਕੋਲ ਪਈਆਂ। ਇਸੇ ਕਰਕੇ ਅਸੀਂ ਗੁਰੂ ਦੀ ਗੱਲ ਸੁਣਨ ਵਾਸਤੇ ਗੁਰਦੁਆਰੇ, ਔਰ ਗੁਰੂ ਸਾਹਿਬ ਸਮਝਾਉਂਦੇ ਆ ਇਹ ਗੱਲਾਂ। ਸਾਡੇ ਕੋਲ ਬਾਣੀ ਦੇ ਰਾਹੀਂ ਇਹ ਬਹੁਤ ਪਿਆਰੀਆਂ ਗੱਲਾਂ। ਇੱਕ ਸ਼ਲੋਕ ਨੋਟ ਕਰ ਲਿਓ, ਆਪਣੇ ਕੋਲ ਟਾਈਮ ਸੀਮਤ ਜਿਹਾ ਆ। ਕੁੰਭੇ ਬੱਧਾ ਜਲ ਰਹਿ, ਲਿਖਿਆ ਸ਼ਲੋਕ ਹੈ। ਓਕੇ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਛੇਤੀ ਛੇਤੀ ਲਿਖ ਲਓ ਤਾਂ ਕਿ ਆਪਾਂ ਟਾਈਮ 'ਚ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਠੀਕ ਹੈ। ਗਿਆਨ ਕਾ ਬੱਧਾ ਮਨ ਰਹਿ, ਦੋ ਡੰਡੀਆਂ ਪਾ ਲਿਓ ਇੱਥੇ। ਹਾਂ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਮੋਬਾਈਲ ਵਰਤਦੇ ਹੋ ਸਾਰੇ? ਘੱਟ ਵਰਤਿਆ ਕਰੋ। ਵਰਤੋ ਆਪਾਂ, ਪਰ ਕੋਸ਼ਿਸ਼ ਕਰੋ ਮੋਬਾਈਲ ਘੱਟ ਵਰਤੀਏ। ਹੁਣ ਟਾਈਮ ਨਹੀਂ ਮੇਰੇ ਕੋਲ, ਆਪਾਂ ਫੇਰ ਇਹਦੇ ਤੇ ਗੱਲ ਕਰਾਂਗੇ। ਜੇ ਵਰਤਦੇ ਆ ਤੇ ਮੋਬਾਈਲ ਵਰਤਣ ਦੀ ਜਾਚ ਸਿੱਖੋ। ਮੋਬਾਈਲ ਆ ਜਾਣਾ ਹੋਰ ਗੱਲ ਹੈ, ਤੇ ਉਹਦੀ ਵਰਤਣ ਦੀ ਜਾਚ ਆਉਣੀ ਹੋਰ ਗੱਲ ਹੈ। ਮੋਬਾਈਲ ਵਿੱਚ ਅੱਜ ਕੱਲ੍ਹ ਬਹੁਤ ਸੌਖਾ ਆ। ਦੋ ਤਿੰਨ ਐਪਸ ਮੈਂ ਦੱਸ ਦਿੰਦਾ ਤੁਹਾਨੂੰ, ਜਿਵੇਂ ਗੁਰਬਾਣੀ ਸਰਚਰ ਐਪ ਸਟੋਰ 'ਚ ਜਾਓ। ਕਈ ਵਰਤਦੇ ਹੋਣੇ ਤੁਹਾਡੇ 'ਚ, ਕਈ ਬੱਚਿਆਂ ਨੂੰ ਪਤਾ ਹੋਣਾ। ਉਹ ਜਿਵੇਂ ਬੱਚੀ ਵੀ ਮੈਨੂੰ ਲੱਗਦਾ ਉਹਨੂੰ ਪਤਾ, ਉਹਨੇ ਕੱਢ ਲਿਆ। ਆਪਸ ਵਿੱਚ ਇੱਕ ਦੂਜੇ ਨੂੰ ਪੁੱਛ ਲਿਆ ਕਰੋ। ਗੁਰਬਾਣੀ ਸਰਚਰ, ਆਈ ਗ੍ਰੰਥ। ਜਿਹੜੇ ਬੱਚੇ ਐਂਡਰਾਇਡ ਫੋਨ ਯੂਜ਼ ਕਰਦੇ ਆ ਉਹ ਇਹ ਐਪਸ ਨੋਟ ਕਰ ਲਓ। ਜਿਹੜੇ ਬੱਚੇ ਆਈਫੋਨ ਵਗੈਰਾ ਯੂਜ਼ ਕਰਦੇ ਆ ਉਹ ਹੈ ਈਸ਼ਰ ਮਾਈਕਰੋ ਮੀਡੀਆ। ਈਸ਼ਰ ਮਾਈਕਰੋ ਮੀਡੀਆ, ਠੀਕ ਹੈ। ਜੇ ਕਿਸੇ ਬੱਚੇ ਨੇ ਸਪੈਲਿੰਗ ਪੁੱਛਣੇ ਹੋਏ ਤਾਂ ਉਹ ਵੀ ਤੁਹਾਨੂੰ ਦੱਸ ਦਾਂਗੇ ਬਾਅਦ 'ਚ, ਕਿਉਂਕਿ ਟਾਈਮ ਆਪਣੇ ਕੋਲ ਘੱਟ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਸ਼ਲੋਕ ਕੰਪਲੀਟ ਕਰ ਲਈਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਹੋਇਆ, ਆਸਾ ਕੀ ਵਾਰ ਬਾਣੀ ਦੇ ਵਿੱਚ। ਹੁਣ ਇਹ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਦੋ ਗੱਲਾਂ ਸਮਝਾਈਆਂ। ਤੇ ਪਹਿਲੀ ਗੱਲ ਸਮਝਾਈ ਐਗਜ਼ਾਮਪਲ, ਤੇ ਦੂਜੀ ਤੁਹਾਨੂੰ ਇੱਕ ਪਤੇ ਦੀ ਗੱਲ ਦੱਸੀ ਮਹਾਰਾਜ ਨੇ। ਆਪਾਂ ਸਾਰੇ ਮੋਸਟਲੀ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ, ਆਪਾਂ ਸਾਰੇ, ਸਾਡਾ ਪ੍ਰਧਾਨ ਤੇ ਵੈਸੇ ਪ੍ਰਧਾਨ ਮੰਤਰੀ ਵੈਸੇ ਵੀ ਮਨ ਕੀ ਬਾਤ ਜ਼ਿਆਦਾ ਕਰਦਾ, ਆਮ ਕੰਮ ਘੱਟ ਕਰਦਾ ਉਹ, ਪਰ ਅਸੀਂ ਮੋਸਟਲੀ ਸਾਰੇ ਹੀ ਮਨ ਕੀ ਬਾਤ ਹੀ ਕਰਦੇ। ਪੁੱਤ ਤੂੰ ਪੜ੍ਹਨ ਨਹੀਂ ਬੈਠਾ, ਮੰਮੀ ਜੀ ਜਿਹਾ ਨਹੀਂ ਕਰਦਾ। ਅੱਜ ਦੌੜਨ ਨਹੀਂ ਜਾਣਾ, ਅੱਜ ਨਾ ਮੇਰਾ ਮਨ ਜਿਹਾ ਨਹੀਂ ਹੈ ਨਾ। ਅੱਛਾ, ਇਹ ਮਨ ਹਮੇਸ਼ਾ ਚੰਗੀਆਂ ਚੀਜ਼ਾਂ ਨੂੰ ਹੀ ਘੱਟ ਕਰਦਾ ਹੈ। ਮੈਂ ਬਹੁਤ ਘੱਟ ਬੱਚੇ ਇੱਦਾਂ ਦੇ ਵੇਖੇ ਆ ਜਿਹੜੇ ਕਦੀ ਇੱਦਾਂ ਕਹਿਣ ਵੀ ਮੇਰਾ ਨਾ ਅੱਜ ਫੋਨ ਫੜਨ ਨੂੰ ਮਨ ਨਹੀਂ ਕਰ ਰਿਹਾ। ਜੇ ਤੁਸੀਂ ਵੇਖੇ ਹੋਣ ਤਾਂ ਮੈਨੂੰ ਜ਼ਰੂਰ ਇਹੋ ਜਿਹੇ ਬੱਚਿਆਂ ਦੇ ਦਰਸ਼ਨ ਕਰਾਇਓ।
ਕਿਉਂਕਿ ਉਹ ਜਿਹੜਾ ਅੱਜ ਦੀ ਦੁਨੀਆ 'ਚ ਇਹ ਕਹਿੰਦਾ ਨਾ ਮੇਰਾ ਫੋਨ ਫੜਨ ਨੂੰ ਜੀ ਨਹੀਂ ਕਰਦਾ, ਉਹ ਵੀ ਅਸਲ 'ਚ ਬ੍ਰਹਮ ਗਿਆਨੀ ਹੈ, ਸੱਚੀ ਬਹੁਤ ਮਹਾਨ ਬੰਦਾ ਆ ਆਪਣੇ ਆਪ 'ਚ। ਨਿੱਕੇ ਨਿਆਣੇ ਤੋਂ ਲੈ ਕੇ ਤੇ ਸਿਆਣਿਆਂ ਤੱਕ ਸਾਨੂੰ ਸਾਰਿਆਂ ਨੂੰ ਆਦਤ ਹੈ। ਤੇ ਅਸੀਂ ਜਿਵੇਂ ਪੁਰਾਣੇ ਸਮਿਆਂ ਜਦੋਂ ਕਿਤੇ ਬੰਦਾ ਜਾਂਦਾ ਸੀ ਨਾ, ਤਾਂ ਉਹ ਜਾ ਕੇ ਪਹਿਲਾਂ ਹਾਲ ਚਾਲ ਪੁੱਛਦੇ ਸੀ, ਕੀ ਹਾਲ ਹੈ, ਕਿਵੇਂ ਆਉਣ ਦਾ ਸਫ਼ਰ ਕਿਵੇਂ ਰਿਹਾ, ਜਾਂ ਬਾਕੀ ਜਿਹੜੇ ਮੈਂਬਰ ਨਹੀਂ ਗਏ ਹੁੰਦੇ ਸੀ ਉਹਨਾਂ ਬਾਰੇ ਪੁੱਛਦੇ ਸੀ ਵੀ ਉਹਨਾਂ ਦਾ ਕੀ ਹਾਲ ਹੈ। ਤੇ ਅੱਜ ਕੱਲ੍ਹ ਜਾਂਦਿਆਂ ਸਾਰ ਹੀ ਪਹਿਲਾਂ ਬੰਦਾ ਪੁੱਛਦਾ ਵੀ ਚਾਰਜਰ ਹੈਗਾ, ਹਨਾ। ਪਹਿਲੀ ਗੱਲ ਹੀ ਇਹ ਹੁੰਦੀ ਵੀ ਚਾਰਜਰ ਹੈਗਾ, ਮਾੜਾ ਜਿਹਾ ਦਿਓ ਮਾੜਾ। ਤੇ ਕਿਹੜਾ ਚਾਹੀਦਾ ਚਾਰਜਰ, ਫਿਰ ਉਹਦੇ ਤੇ ਡਿਸਕਸ਼ਨ ਹੋਣ ਲੱਗ ਪੈਂਦੀ। ਅੱਛਾ ਆਹ ਚਾਹੀਦਾ, ਅੱਛਾ ਇਹ ਕਦੋਂ ਦਾ ਲਿਆ ਫੋਨ, ਮੈਨੂੰ ਤਾਂ ਹੋ ਗਏ 3-4 ਮਹੀਨੇ। ਅੱਛਾ ਇਹਦੀ ਬੈਟਰੀ ਫਿਰ ਵਧੀਆ ਚੱਲਦੀ ਹੈ, ਨਹੀਂ ਮੈਂ ਤਾਂ ਆ ਲਿਆ, ਇਹਦੀ ਤਾਂ ਬੈਟਰੀ ਦਾ ਬੁਰਾ ਹੀ ਹਾਲ ਹੈ। ਮਤਲਬ ਰਿਸ਼ਤੇਦਾਰੀ 'ਚ ਗਏ ਤੇ ਡਿਸਕਸ਼ਨ ਕਾਹਦੇ ਤੇ ਕਰ ਰਹੇ ਹਾਂ ਅਸੀਂ, ਚਰਚਾ ਕਾਹਦੇ ਤੇ ਹੋ ਰਹੀ ਹੈ। ਕਿਸੇ ਨੇ ਨੂੰ ਪੁੱਛਿਆ ਵੀ ਮਾਮੇ ਦਾ ਕੀ ਹਾਲ ਹੈ, ਮਾਮੀ ਦਾ ਕੀ ਹਾਲ ਹੈ, ਦਾਦਾ ਆਇਆ ਘਰੋਂ ਨਹੀਂ ਆਇਆ, ਨਾਨੇ ਦਾ ਕੀ ਹਾਲ ਹੈ, ਇੱਕ ਭਰਾ ਆਇਆ ਦੂਜੀ ਭੈਣ ਨਹੀਂ ਆਈ, ਉਹ ਠੀਕ ਹੈ, ਨਹੀਂ ਪੁੱਛਿਆ। ਚਰਚਾ ਵੇਖੋ ਕਾਹਦੇ ਤੇ ਸ਼ੁਰੂ ਹੋ ਗਈ। ਸੋ ਇਹ ਆਪਣੇ ਆਪ 'ਚ, ਕਿਉਂਕਿ ਮੈਂ ਫਿਰ ਗੱਲ ਕਰੂੰਗਾ ਇਹਦੇ ਤੇ ਵੀ ਇਹ ਖਤਰਨਾਕ ਚੀਜ਼ਾਂ ਕਿਉਂ ਨੇ, ਆਪਾਂ ਅਗਲੀ ਆਪਣੀ ਗੱਲਬਾਤ ਵਿੱਚ ਇਹਨੂੰ ਜਾਰੀ ਕਰਾਂਗੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗੁਰੂ ਸਾਹਿਬ ਜੀ ਨੇ ਬਾਣੀ 'ਚ ਇੱਕ ਐਗਜ਼ਾਮਪਲ ਦਿੱਤੀ, ਕਹਿੰਦੇ ਜਿਹੜਾ ਘੜਾ ਆ ਨਾ, ਕੁੰਭ ਕਹਿੰਦੇ ਪਾਣੀ ਨੂੰ, ਕੁੰਭੇ ਬੱਧਾ ਜਲ ਰਹੇ, ਘੜੇ ਨੂੰ, ਸੌਰੀ ਕੁੰਭ ਹੁੰਦਾ ਘੜਾ, ਜਲ ਹੁੰਦਾ ਪਾਣੀ, ਕੁੰਭੇ ਬੱਧਾ ਜਲ ਰਹੇ। ਪਾਣੀ ਰੱਖਣ ਵਾਸਤੇ ਘੜਾ ਚਾਹੀਦਾ, ਤੇ ਘੜਾ ਕਿਹਦੇ ਨਾਲ ਬਣਦਾ, ਜਲ ਬਿਨ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣਦਾ, ਕਿਉਂਕਿ ਪਾਣੀ ਗੁੰਨ ਕੇ ਮਿੱਟੀ ਨਾਲ ਹੀ ਘੜਾ ਤਿਆਰ ਹੁੰਦਾ। ਹੁਣ ਐਗਜ਼ਾਮਪਲ ਦਿੰਦੇ, ਕਹਿੰਦੇ ਕੁੰਭੇ ਬੱਧਾ ਜਲ ਰਹੇ, ਪਾਣੀ ਨੂੰ ਜੇ ਇਕੱਠਿਆਂ ਕਰਕੇ ਰੱਖਣਾ ਹੋਵੇ ਤੇ ਘੜਾ ਚਾਹੀਦਾ, ਪਰ ਘੜਾ ਵੀ ਪਾਣੀ ਤੋਂ ਬਿਨਾਂ ਨਹੀਂ ਬਣਦਾ। ਜੇ ਅੱਜ ਘੜੇ ਕੋਲੇ ਪਾਵਰ ਹੈ ਨਾ ਵੀ ਉਹ ਪਾਣੀ ਆਪਣੇ 'ਚ ਸਟੋਰ ਕਰ ਸਕਦਾ, ਤੇ ਇਹਦਾ ਮਤਲਬ ਹੈ ਉਹਨੂੰ ਇਸ ਕਾਬਲ ਕਿਹਨੇ ਬਣਾਇਆ, ਉਸੇ ਪਾਣੀ ਨੇ ਜਿਹਨੂੰ ਅੱਜ ਉਹ ਰੋਕ ਸਕਦਾ ਆਪਣੇ ਆਪ ਵਿੱਚ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਇਹ ਐਗਜ਼ਾਮਪਲ ਹੈ। ਪਾਣੀ ਤੋਂ ਬਿਨਾਂ ਘੜਾ ਨਹੀਂ, ਤੇ ਘੜੇ ਬਿਨਾਂ ਪਾਣੀ ਨਹੀਂ ਰੱਖਿਆ ਜਾ ਸਕਦਾ। ਅਗਲੀ ਐਗਜ਼ਾਮਪਲ ਸਾਡੇ ਨਾਲ ਗੱਲ ਗੁਰੂ ਸਾਹਿਬ ਕਰਦੇ, ਘੜੇ ਦੀ ਐਗਜ਼ਾਮਪਲ ਦੇ ਕੇ, ਕਹਿੰਦੇ ਗਿਆਨ ਕਾ ਬੱਧਾ ਮਨ ਰਹੇ। ਗਿਆਨ ਦਾ ਮਤਲਬ ਹੈ ਸਮਝ। ਆਪਾਂ ਕੀ ਗੱਲ ਸ਼ੁਰੂ ਕੀਤੀ ਸੀ, ਪਹਿਲਾਂ ਗੁਰਦੁਆਰੇ ਆਵਾਂਗੇ, ਬਾਣੀ ਪੜਾਂਗੇ, ਬਾਣੀ ਨੂੰ ਸਮਝਾਂਗੇ, ਤੇ ਗੁਰੂ ਸਾਹਿਬ ਜੀ ਕਹਿੰਦੇ ਆ ਗਿਆਨ ਕਾ ਬੱਧਾ, ਸਮਝ ਤੋਂ ਬਿਨਾਂ ਸਾਡਾ ਮਨ ਜਿਹੜਾ ਆ ਉਹ ਵੱਜ ਨਹੀਂ ਸਕਦਾ, ਉਹ ਸਹੀ ਦਿਸ਼ਾ 'ਚ ਨਹੀਂ ਜਾ ਸਕਦਾ। ਗਿਆਨ ਦਾ ਮਤਲਬ ਕੀ ਹੁੰਦਾ, ਸਾਡਾ ਮਨ ਕਹਿੰਦਾ ਵੀ ਮੈਂ ਅੱਜ ਨਹੀਂ ਪੜ੍ਹਨਾ, ਪਰ ਉਹਨੂੰ ਸਮਝਾਓ ਪੜ੍ਹੇ ਬਿਨਾਂ ਨਹੀਂ ਸਰਨਾ। ਤੂੰ ਤੇ ਕਹਿੰਦਾ ਮੈਂ ਨਹੀਂ ਪੜ੍ਹਨਾ, ਪਰ ਪੜ੍ਹੇ ਬਿਨਾਂ ਸਰਨਾ ਨਹੀਂ, ਇਸ ਕਰਕੇ ਮੈਂ ਤੇਰੇ ਆਖੇ ਨਹੀਂ ਲੱਗ ਸਕਦਾ। ਤੈਨੂੰ ਇਹ ਸਮਝਣਾ ਪੈਣਾ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ। ਸਮਝ ਲੱਗੀ ਗੱਲ। ਗਿਆਨ ਕਾ ਬੱਧਾ ਮਨ ਰਹੇ, ਗੁਰੂ ਤੋਂ ਸਮਝ ਲੈਣੀ ਹੈ ਤਾਂ ਕਿ ਸਾਡਾ ਮਨ ਗੁਰੂ ਦੀਆਂ ਗੱਲਾਂ ਨਾਲ ਸਮਝ ਜਾਏ, ਇਹਨੂੰ ਭੈੜੀਆਂ ਗੱਲਾਂ ਛੱਡਣੀਆਂ ਆ ਜਾਣ। ਜਿਹੜਾ ਵੀ ਕੁਝ ਆਲੇ ਦੁਆਲੇ 'ਚ ਸਾਡੇ ਭੈੜਾ ਭਰਿਆ ਪਿਆ, ਸਾਡਾ ਕਚਰਾ ਦਿਮਾਗ 'ਚ ਭਰਿਆ ਪਿਆ, ਸਾਡੇ ਦਿਮਾਗ 'ਚ ਪੁੱਠੀਆਂ ਚੀਜ਼ਾਂ ਭਰੀਆਂ ਪਈਆਂ ਆ, ਇਹ ਗੁਰੂ ਦਾ ਗਿਆਨ, ਗੁਰੂ ਦੀ ਗੱਲ ਸਾਡੇ ਦਿਮਾਗ 'ਚੋਂ ਹੌਲੀ ਹੌਲੀ ਕੱਢ ਦਿੰਦਾ ਹੈ। ਬਾਬੇ ਦੀ ਬਾਣੀ ਸਾਡੇ ਦਿਮਾਗ 'ਚੋਂ, ਪਰ ਆਪਾਂ ਪੜ੍ਹਦੇ ਹੀ ਨਹੀਂ, ਆਪਾਂ ਸੁਣਦੇ ਹੀ ਨਹੀਂ, ਫਿਰ ਕੱਢੀ ਕਿਵੇਂ ਜਾਏ। ਕੋਈ ਬੱਚਾ ਸਕੂਲ ਜਾਏ, ਸਕੂਲ ਦੀ ਪਰਿਕਰਮਾ ਕਰਕੇ ਮੁੜ ਆਵੇ, ਪੜ੍ਹਾਈ ਤਾਂ ਨਹੀਂ ਹੋਊਗੀ ਇਹਦੇ ਨਾਲ। ਸਿਲੇਬਸ ਵੀ ਉਹਦੇ ਕੋਲ ਵਧੀਆ ਹੋਵੇ, ਕਿਤਾਬਾਂ ਹਰ ਸਾਲ ਬਦਲ ਲਵੇ ਉਹ, ਔਰ ਉਹਨਾਂ ਨੂੰ ਵਧੀਆ ਵਧੀਆ ਰੈਪ ਕਰ ਲਏ ਕਿਤਾਬਾਂ ਨੂੰ, ਉਹਦੇ ਤੇ ਨਾਂ ਬੜਾ ਡਿਜ਼ਾਈਨ ਨਾਲ, 3-4 ਤਰ੍ਹਾਂ ਦੇ ਅੱਜ ਕੱਲ੍ਹ ਉਹ ਡਿਜ਼ਾਈਨ ਜਿਹੇ ਵਾਲੇ ਮਾਰਕਰ ਆਉਂਦੇ ਆ, ਉਹਦੇ ਨਾਲ ਇੱਕ ਅੱਖਰ ਕਿਸੇ ਰੰਗ ਦਾ ਪਾਵੇ, ਦੂਜਾ ਕਿਸੇ ਰੰਗ ਦਾ ਪਾਵੇ, ਤੀਜਾ ਕਿਸੇ ਰੰਗ ਦਾ ਪਾਵੇ, ਪਰ ਕੀ ਪੜ੍ਹਾਈ ਆ ਜੂ ਇਹਦੇ ਨਾਲ? ਉਹਦੇ ਲਈ ਤਾਂ ਪੜ੍ਹਨਾ ਹੀ ਪੈਣਾ। ਗੁਰੂ ਸਾਹਿਬ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਗੁਰੂ ਦੇ ਗਿਆਨ ਨਾਲ ਮਨ ਵੱਜ ਜਾਂਦਾ ਆ। ਮਨ ਕਹਿੰਦਾ ਨਸ਼ੇ ਕਰ ਲੈਣੇ ਚਾਹੀਦੇ ਕਦੀ ਕਦੀ, ਕਹਿੰਦਾ ਨਾ, ਜਿਵੇਂ ਤਾਂ ਹੀ ਕਰਦਾ ਬੰਦਾ,
ਤੇ ਗੁਰੂ ਸਾਹਿਬ ਉਸੇ ਵੇਲੇ ਕਹਿੰਦੇ ਨਾ 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 ਨਾ, ਕਦੀ ਕਦੀ ਵੀ ਨਹੀਂ ਕਰਨੇ, ਕਿਉਂਕਿ ਇਹ ਮੱਤ ਮਾਰ ਦੇਣਗੇ ਤੇਰੀ। ਤੇ ਅਜੇ ਤੇ ਤੂੰ ਕਰਦਾ ਨਹੀਂ ਹੈ, ਫਿਰ ਵੀ ਤੇਰੇ ਦਿਮਾਗ 'ਚ ਆ ਰਿਹਾ ਵੀ ਕਦੀ ਕਦੀ ਕਰ ਲੈਣੇ ਚਾਹੀਦੇ ਆ। ਅਜੇ ਤਾਂ ਤੇਰਾ ਦਿਮਾਗ ਠੀਕ ਹੈ, ਅਜੇ ਤੇ ਮੱਤ ਨਹੀਂ ਮਾਰੀ ਗਈ। ਪਰ ਜਦੋਂ ਤੂੰ ਕਰ ਲੈ ਫਿਰ ਤਾਂ ਤੇਰੀ ਮੱਤ ਮਾਰੀ ਜਾਣੀ ਹੈ। ਤੇ ਜਿੱਦਣ ਮੱਤ ਮਾਰੀ ਜਾਣੀ ਹੈ ਫਿਰ ਤੂੰ ਭਾਵੇਂ ਤੈਨੂੰ ਆਪਣੇ ਘਰ ਦਾ ਸਮਾਨ, ਜਿਹੜਾ ਬੰਦਾ ਨਸ਼ਾ ਕਰਨ ਲੱਗ ਜਾਂਦਾ, ਜਿਹੜਾ ਨਹੀਂ ਨਸ਼ਾ ਕਰਦਾ ਉਹ ਘਰ ਦੇ ਸਮਾਨ ਬਣਾਉਂਦਾ, ਤੇ ਜਿਹੜਾ ਨਸ਼ਾ ਕਰਨ ਲੱਗ ਜਾਂਦਾ ਉਹ ਫਿਰ ਘਰ ਦੇ ਸਮਾਨ ਵੇਚਣ ਲੱਗ ਪੈਂਦਾ, ਕਿਉਂਕਿ ਹੁਣ ਉਹਦੀ ਮੱਤ ਮਾਰੀ ਗਈ। ਤੇ ਕਈ ਵਾਰ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਜੇ ਮੈਂ ਹੌਲੀ ਹੌਲੀ ਏਦਾਂ ਸਾਰੀਆਂ ਚੀਜ਼ਾਂ ਵੇਚਤੀਆਂ ਫਿਰ ਮੈਂ ਜਾਣਾ ਕਿੱਥੇ ਹੈ। ਇਹਦੇ ਵਾਸਤੇ ਵੀ ਤੇ ਦਿਮਾਗ ਚਾਹੀਦਾ ਨਾ, ਤੇ ਦਿਮਾਗ ਨੂੰ ਕੀ ਹੋਇਆ, ਹੁਣ ਉਹ ਮੱਤ ਮਾਰੀ ਗਈ। ਤੇ ਗੁਰੂ ਸਾਹਿਬ ਜੀ ਤਾਂ ਹੀ ਕਹਿੰਦੇ ਆ, ਗਿਆਨ ਨਾਲ ਸਮਝ ਨਾਲ ਆਪਣੇ ਮਨ ਨੂੰ ਬੰਨ ਕੇ ਰੱਖਿਆ, ਕਿ ਇਹਨੇ ਬਹੁਤ ਕੁਛ ਕਰਨ ਨੂੰ ਜੀ ਕਰਨਾ ਮਨ ਦਾ। ਮਨ ਬਹੁਤ ਸਾਡਾ, ਬਾਣੀ 'ਚ ਮਨ ਨੂੰ ਗਧਾ ਕਿਹਾ, ਬਾਣੀ 'ਚ ਮਨ ਨੂੰ ਕੁੱਤਾ ਕਿਹਾ, ਬਾਣੀ 'ਚ ਮਨ ਨੂੰ ਸੂਰ ਕਿਹਾ, ਹੁਣ ਇੰਨੀ ਬਹੁਤ ਕੁਛ ਕਿਹਾ। ਬਾਣੀ 'ਚ ਮਨ ਨੂੰ ਬੜੇ ਸ਼ਬਦਾਂ ਨਾਲ ਪੰਖੀ ਕਿਹਾ, ਮਨ ਖੁੱਟਹਰ, ਖੁੱਟਹਰ ਮਤਲਬ ਗਧਾ। ਗੁਰੂ ਸਾਹਿਬ ਕਹਿੰਦੇ ਆਪਣੇ ਮਨ ਨੂੰ ਰੋਜ਼ ਕਿਹਾ ਕਰੋ, ਮਨ ਗਧਿਆ, ਤੇਰੇ ਤੇ ਮੈਨੂੰ ਕੋਈ ਭਰੋਸਾ ਨਹੀਂ, ਇਸ ਕਰਕੇ ਮੈਂ ਤੇਰੇ ਆਖੇ ਨਹੀਂ ਲੱਗ ਸਕਦਾ। ਮੈਂ ਕਿਹਦੇ ਆਖੇ ਲੱਗਣਾ? ਗੁਰੂ ਦੇ ਆਖੇ। ਤੇ ਗੁਰੂ ਦੇ ਆਖੇ ਲੱਗਣ ਵਾਸਤੇ ਸਾਨੂੰ ਗੁਰੂ ਦੀਆਂ ਗੱਲਾਂ ਨੂੰ ਸਮਝਣਾ ਪਊਗਾ, ਤੇ ਸਮਝਣ ਨਾਲ ਸਾਡਾ ਮਨ ਵੱਧ ਜਾਊਗਾ। ਫਿਰ ਗਿਆਨ ਕਾ ਬੱਧਾ ਮਨ ਰਹੇ। ਅੱਛਾ, ਇਹ ਗਿਆਨ ਕਿੱਥੋਂ ਹੁੰਦਾ, ਇਹ ਵੀ ਤਾਂ ਜਾਣਨਾ ਪਊਗਾ ਨਾ, ਕਿੱਥੋਂ ਹੁੰਦਾ? ਪੜੋ ਅਗਲੀ ਪੰਕਤੀ, ਗੁਰ ਬਿਨ ਗਿਆਨ ਨਾ ਹੋਏ। ਮਨ ਵੱਜਦਾ ਗੁਰੂ ਦੇ ਗਿਆਨ ਨਾਲ, ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਤੇ ਗੁਰੂ ਕੌਣ ਹੈ ਸਾਡਾ? ਬੋਲੋ ਉੱਚੀ, ਗੁਰੂ ਕੌਣ ਹੈ ਸਾਡਾ? ਗੁਰੂ ਗ੍ਰੰਥ ਸਾਹਿਬ ਜੀ। ਤੇ ਜੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ, ਤੇ ਫਿਰ ਸਾਨੂੰ ਗੁਰੂ ਨਾਲ ਗੱਲਾਂ ਕਰਨੀਆਂ ਚਾਹੀਦੀਆਂ। ਗੁਰੂ ਮਤਲਬ ਟੀਚਰ, ਗੁਰੂ ਮਤਲਬ ਉਸਤਾਦ। ਤੇ ਇਦਾਂ ਵੀ ਹੋਇਆ ਕਦੀ ਵੀ ਕੋਈ ਬੰਦਾ ਉਸਤਾਦ ਤੋਂ ਕੰਮ ਸਿੱਖਣ ਜਾਏ, ਕੋਈ ਵੀ ਕੰਮ ਸਿੱਖਣ ਜਾਵੇ, ਤੇ ਉਸਤਾਦ ਦੇ ਲਾਗੇ ਬੈਠਾ ਰਵੇ, ਸਵੇਰੇ ਚੱਲ ਜੇ ਸ਼ਾਮ ਨੂੰ ਆ ਜੇ, ਸਵੇਰੇ ਚੱਲ ਜੇ ਸ਼ਾਮ ਨੂੰ ਆ ਜੇ। ਕਿੰਨਿਆਂ ਕੁ ਦਿਨਾਂ 'ਚ ਕੰਮ ਸਿੱਖ ਜੂ ਬੰਦਾ ਭਲਾ? ਏਦਾਂ ਕਦੀ ਵੀ ਨਹੀਂ। ਇਹਦਾ ਮਤਲਬ ਜੇ ਸਿੱਖ ਆ ਕੇ ਬਹਿ ਕੇ ਮੁੜ ਰਿਹਾ, ਫਿਰ ਕਦੀ ਵੀ ਗੁਰੂ ਵਾਲੀਆਂ ਗੱਲਾਂ ਨਹੀਂ ਸਿੱਖੀਆਂ ਜਾਣੀਆਂ। ਤੇ ਜੇ ਅੱਜ ਪੰਜਾਬ ਦੇ ਲੋਕਾਂ 'ਚ ਗੁਰੂ ਵਾਲੀਆਂ ਗੱਲਾਂ ਨਹੀਂ ਦਿਸਦੀਆਂ, ਤੇ ਇਹਦਾ ਮਤਲਬ ਕੀ ਹੋਇਆ ਵੀ ਸਾਡੇ ਲੋਕ ਗੁਰੂ ਕੋਲ ਜਾਂਦੇ ਆ, ਬਹਿੰਦੇ ਆ, ਵਾਪਸ ਆ ਜਾਂਦੇ ਆ, ਗੁਰੂ ਸਾਹਿਬ ਕੋਲੋਂ ਕੋਈ ਵੀ ਗੱਲ ਸਿੱਖਦੇ ਨਹੀਂ ਆ। ਇਸ ਕਰਕੇ ਗੁਰਦੁਆਰੇ ਜਾਣ ਤੋਂ ਪਹਿਲਾਂ ਵੀ ਮਾੜਾ ਬੋਲਦੇ ਆ, ਤੇ ਜਾਣ ਤੋਂ ਬਾਅਦ ਵੀ ਮਾੜਾ ਬੋਲਦੇ ਆ। ਨਸ਼ਾ ਕਰਨ ਵਾਲੇ ਵੀ ਜਾਂਦੇ ਆ, ਜਾਣ ਤੋਂ ਪਹਿਲਾਂ ਵੀ ਕਰਦੇ ਆ, ਤੇ ਆਉਣ ਤੋਂ ਬਾਅਦ 'ਚ ਵੀ ਕਰਦੇ ਆ। ਝੂਠ ਬੋਲਣ ਵਾਲੇ ਜਾਣ ਤੋਂ ਪਹਿਲਾਂ ਵੀ ਬੋਲਦੇ ਆ, ਆਉਣ ਤੋਂ ਬਾਅਦ 'ਚ ਵੀ ਬੋਲਦੇ ਆ। ਈਰਖਾ ਕਰਨ ਵਾਲੇ ਜਾਣ ਤੋਂ ਪਹਿਲਾਂ ਵੀ ਕਰਦੇ ਆ, ਆਉਣ ਤੋਂ ਬਾਅਦ 'ਚ ਵੀ ਕਰਦੇ ਆ। ਇਹਦਾ ਮਤਲਬ ਸਿੱਖ ਕੇ ਕੁਛ ਵੀ ਨਹੀਂ ਆ ਰਿਹਾ। ਸੋ ਗੁਰੂ ਦਾ ਗਿਆਨ ਸਾਨੂੰ ਸਿਖਾਉਂਦਾ, ਤੇ ਗੁਰੂ ਦਾ ਗਿਆਨ ਸਾਨੂੰ ਬਾਣੀ ਪੜ੍ਹ ਕੇ ਆਉਂਦਾ। ਜੇ ਪੰਜਾਬ ਨੇ, ਜੇ ਰੂੜੇ ਆਸਲ ਵਾਲਿਆਂ ਨੇ ਆਪਣੇ ਪਿੰਡ ਦਾ ਭਲਾ ਕਰਨਾ, ਤੇ ਕੀ ਕਰਨਾ ਪੈਣਾ? ਬਾਣੀ ਨੂੰ ਪੜ੍ਹਨਾ ਪੈਣਾ। ਸੈਕਿੰਡ ਪੜ੍ਹਨ ਤੋਂ ਬਾਅਦ ਇਹਨੂੰ ਸਮਝਣਾ ਵੀ ਪੈਣਾ, ਤੇ ਸਮਝਣ ਨਾਲ ਵੀ ਭਲਾ ਨਹੀਂ ਹੋਣਾ, ਇਹਦੇ ਤੇ ਅਮਲ ਵੀ ਕਰਨਾ ਪੈਣਾ। ਧੰਨਵਾਦ ਤੁਹਾਡਾ ਸਾਰਿਆਂ ਦਾ। ਜੇ ਕੋਈ ਗੱਲ ਪੁੱਛਣੀ ਹੋਵੇ, ਤੁਸੀਂ ਕੋਈ ਸਵਾਲ ਕਰਨਾ ਹੋਵੇ, ਆਪਣੇ ਟੌਪਿਕ ਨਾਲ ਸੰਬੰਧਿਤ ਹੀ ਕਰਿਓ। ਬਾਕੀ ਫਿਰ ਓਪਨ ਟਾਈਮ ਆਪਾਂ ਫੇਰ ਰੱਖਾਂਗੇ, ਕਿ ਤੁਹਾਡਾ ਖੁੱਲ੍ਹਾ ਟਾਈਮ, ਜਦੋਂ ਤੁਸੀਂ ਜਿਹੜਾ ਮਰਜ਼ੀ ਸਵਾਲ ਕਰ ਲਿਓ। ਇਸ ਟੌਪਿਕ ਨਾਲ ਸੰਬੰਧਿਤ ਬਾਣੀ 'ਚੋਂ ਕੋਈ ਗੱਲ ਸਮਝ ਨਹੀਂ ਲੱਗੀ, ਮੇਰੇ ਬੋਲਣ ਦੌਰਾਨ ਕੋਈ ਗੱਲ ਸਮਝ ਨਹੀਂ ਲੱਗੀ, ਉਹ ਤੁਸੀਂ ਪੁੱਛ ਸਕਦੇ ਹੋ। ਤੇ ਜੇ ਸਾਰੀਆਂ ਗੱਲਾਂ ਸਮਝ ਲੱਗ ਗਈਆਂ ਤੇ ਤੁਹਾਡਾ ਧੰਨਵਾਦ। ਆਪਾਂ ਫਤਿਹ ਬੁਲਾ ਦਿੰਦੇ ਹਾਂ ਇੱਥੇ ਹੀ। ਸਮਝ ਲੱਗ ਗਈਆਂ? ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਗੱਲ ਕਰਨੀ ਕੋਈ? ਹਾਂ, ਕੁੰਭੇ ਬੱਧਾ ਜਲ ਰਹੇ। ਕੁੰਭ ਮਤਲਬ ਘੜਾ, ਪਾਣੀ ਘੜੇ 'ਚ ਟਿਕਾਇਆ ਜਾ ਸਕਦਾ, ਰਾਈਟ। ਤੇ ਘੜਾ ਪਾਣੀ ਤੋਂ ਬਿਨਾਂ ਨਹੀਂ ਬਣਦਾ। ਮਿੱਟੀ ਦਾ ਘੜਾ ਨਹੀਂ ਬਣਦਾ, ਮਿੱਟੀ ਨੂੰ ਪਾਣੀ ਵਿੱਚ ਗੁੰਨਣਾ ਪੈਂਦਾ, ਉਹਨੂੰ ਫਿਰ ਇੱਕ ਐਕਸਰਸਾਈਜ਼ ਵਿੱਚ ਦੀ ਲੰਘਣਾ ਪੈਂਦਾ, ਉਹਦਾ ਇੱਕ ਪ੍ਰੋਸੈਸ ਹੈ। ਉਹਨੂੰ ਫਿਰ ਪਕਾਇਆ ਜਾਂਦਾ, ਫਿਰ ਉਹ ਪਾਣੀ ਆਪਣੇ 'ਚ ਰੋਕਣ ਦੇ ਕਾਬਲ ਹੋ ਜਾਂਦਾ।
ਪਹਿਲਾਂ ਮਿੱਟੀ ਨੂੰ ਪਾਣੀ 'ਚ ਗੁੰਨਿਆ ਗਿਆ, ਗੁੰਨਣ ਤੋਂ ਬਾਅਦ ਉਹਨੂੰ ਇੱਕ ਸ਼ਕਲ ਦਿੱਤੀ ਗਈ, ਉਹਦਾ ਇੱਕ ਆਕਾਰ ਬਣਾਇਆ ਗਿਆ। ਆਕਾਰ ਬਣਾਉਣ ਵਾਲੇ ਨੇ ਉਹਦੇ ਤੇ ਮਿਹਨਤ ਕੀਤੀ, ਉਹਨੂੰ ਅੰਦਰੋਂ ਇਦਾਂ ਹੱਥ ਮਾਰੇ, ਉਹਨੂੰ ਚੱਕ ਤੇ ਚੜਾਇਆ, ਉਹਨੂੰ ਇਦਾਂ ਬਾਹਰੋਂ ਵੀ ਥਪਥਪਾਇਆ ਥੋੜਾ ਜਿਹਾ, ਫਿਰ ਉਹਦਾ ਇੱਕ ਡਿਜ਼ਾਈਨ ਬਣ ਗਿਆ, ਇੱਕ ਆਕਾਰ ਬਣ ਗਿਆ। ਆਕਾਰ ਬਣਨ ਵਾਸਤੇ ਉਹਨੂੰ ਪਾਣੀ 'ਚ ਗੁੰਨਣਾ ਪਿਆ, ਔਰ ਫਿਰ ਉਹਨੂੰ ਮਾੜੀਆਂ ਮੋਟੀਆਂ ਇਦਾਂ ਸੱਟਾਂ ਵੀ ਮਾਰਨੀਆਂ ਪਈਆਂ। ਜਿਹੜੇ ਘੜਾ ਬਣਾਉਂਦੇ ਉਹ ਇਦਾਂ ਹੱਥ ਰੱਖ ਕੇ ਉਹਦੇ ਅੰਦਰ ਸੱਟਾਂ ਮਾਰਦੇ ਆ। ਇਦਾਂ ਫਿਰ ਉਹ ਆਪਣੇ 'ਚ ਪਾਣੀ ਰੱਖਣ ਦੇ ਕਾਬਲ ਹੋ ਜਾਂਦਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਠੀਕ ਇਸੇ ਤਰ੍ਹਾਂ ਤੂੰ ਜੇ ਆਪਣੇ ਆਪ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਨਾ ਚਾਹੁੰਦਾ, ਆਪਣੇ 'ਚ ਗੁਰੂ ਗਿਆਨ ਦੀ ਸਮਝ ਰੋਕਣੀ ਚਾਹੁੰਦਾ, ਜਿਵੇਂ ਘੜਾ ਪਾਣੀ ਆਪਣੇ 'ਚ ਰੋਕਣਾ ਚਾਹੁੰਦਾ, ਫਿਰ ਤੈਨੂੰ ਕੀ ਕਰਨਾ ਪੈਣਾ? ਗਿਆਨ ਕਾ ਬੱਧਾ। ਜਿਵੇਂ ਪਾਣੀ ਨੂੰ ਤੇ ਮਿੱਟੀ ਨੂੰ ਗੁੰਨਿਆ ਗਿਆ ਤੇ ਫਿਰ ਉਹਦਾ ਘੜਾ ਬਣਿਆ, ਇਦਾਂ ਹੀ ਤੈਨੂੰ ਤੇਰੇ ਆਪਣੇ ਮਨ ਨੂੰ ਤੇ ਗੁਰੂ ਦੇ ਗਿਆਨ ਨੂੰ ਆਪਸ ਵਿੱਚ ਗੁੰਨਣਾ ਪੈਣਾ, ਇੱਕ ਦੂਜੇ ਨੂੰ ਇਹ ਮਿਕਸ ਕਰਨੇ ਪੈਣੇ ਆ। ਤੂੰ ਵੱਖਰਾ ਆ ਤੇ ਗੁਰੂ ਵੱਖਰਾ ਆ। ਆਪਾਂ ਇੱਕ ਹੀ ਨਹੀਂ ਹੁੰਦੇ। ਇੱਕ ਹੋਣ ਲਈ ਆਪਾਂ ਪ੍ਰੈਕਟਿਸ ਨਹੀਂ ਕਰ, ਇੱਕ ਹੋ ਆਪਣੇ ਆਪ। ਆਪਣੀਆਂ ਆਦਤਾਂ ਛੱਡ, ਗੁਰੂ ਦੀਆਂ ਆਦਤਾਂ ਗ੍ਰਹਿਣ ਕਰ। ਫਿਰ ਕੀ ਹੋਏਗਾ? ਤੂੰ ਗੁਰੂ ਨਾਲ ਇੱਕਮਿਕ ਹੋ ਜਾਏਗਾ, ਜਿਵੇਂ ਪਾਣੀ ਤੇ ਮਿੱਟੀ ਇੱਕਮਿਕ ਹੋ ਗਈ। ਹੁਣ ਇੱਕਮਿਕ ਹੋਣ ਤੋਂ ਬਾਅਦ ਕੀ ਹੋਏਗਾ? ਗਿਆਨ ਕਾ ਬੱਧਾ, ਮਨ ਰਹਿ, ਮਨ ਬੁਰਾਈਆਂ ਵਾਲੇ ਬੰਨਿਓ, ਮਨ ਭੈੜੀਆਂ ਗੱਲਾਂ ਵਾਲੇ ਬੰਨਿਓ ਮੋੜ ਆਏਗਾ। ਤੇ ਇਹ ਗਿਆਨ ਗੁਰੂ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਮਿਲ ਸਕਦਾ। ਗੁਰ ਬਿਨ ਗਿਆਨ ਨਾ ਹੋਏ। ਪਿਆਰੇ ਬੱਚਿਓ, ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਨੀਆ ਦਾ ਕੋਈ ਵੀ ਬੰਦਾ ਇਹ ਗਿਆਨ ਸਾਨੂੰ ਨਹੀਂ ਦੇ ਸਕਦਾ। ਆਪਾਂ ਇਹ ਵਿਸ਼ਵਾਸ ਨਾਲ ਕਹਿਣੀ ਗੱਲ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਆਪਾਂ ਬਾਕੀ ਗੱਲ ਫਿਰ ਕੱਲ ਨੂੰ ਕਰ ਲਾਂਗੇ। ਸ਼ਲੋਕ ਸਮਝ ਆ ਗਿਆ ਹੁਣ ਸਾਰਿਆਂ ਨੂੰ? ਹਾਂਜੀ। ਹੋਰ ਕਿਸੇ ਬੱਚੇ ਨੂੰ ਜੇ ਕੋਈ ਗੱਲ ਤੁਹਾਡੇ ਚੋਂ ਕਿਸੇ ਨੂੰ ਲੱਗਦੀ ਹੋਵੇ ਤਾਂ ਤੁਸੀਂ ਵਿਸ਼ੇ ਨਾਲ ਸੰਬੰਧਿਤ ਟਾਈਮ ਜਿਹੜਾ ਹੈ ਉਹ ਆਗਿਆ ਨਹੀਂ ਦਿੰਦਾ। ਹੁਣ ਆਪਾਂ ਇੱਥੇ ਫਤਿਹ ਬੁਲਾਉਂਦੇ ਹਾਂ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।